श्री वाहिगुरु साहिब जी। धन पिर का एक ही संग वासा, विच हूँ मैं पीत करारी। गुरपुरै हूँ मैं भीत तोरी, जन नानक मिले बनवारी। पिंगल पर्वत पार परे, खल चतुर बकीता। अंधले त्रिभुवन सूझिया, गुर भेट पुनीता। साधु संग की सुनो मेरे मीता, मैल खोई कोट अग हरे, निर्मल कहे चीता। सतनाम श्री वाहिगुरु साहिब जी। ढूंढेंदिए सुहाग को, तो तन काई कोर। जिना नाम सुहागणी, तिना चाहक ना होर। जिना नाम सुहागणी, तिना चाहक ना होर। वाहिगुरु जी का खालसा, वाहिगुरु जी की फतेह। जुग जुग शब्द गुरु बाणी के बोहित, धन धन साहिब श्री गुरु ग्रंथ साहब महाराज जी दी पावन हजूरी दे विच सुभाईमान होए बैठे सतसंगी जनों, सतगुरां ने कृपा कीती है। मनुखी जीवन दा ये जो सफ़र असी कर रहे हाँ, ये सफ़र साडा मुकम्मल होवे, साडा तुरिया सखारत होवे। उस लई सिख हर रोज़ बाणी नूं पढ़दा है, सुनदा है अते विचारदा है।
ਤੇ ਵਿਚਾਰਨ ਤੋਂ ਬਾਅਦ ਸਿੱਖ ਐਸੇ ਜੀਵਨ ਦਾ ਅਭਿਆਸ ਕਰਦਾ ਹੈ ਜਿਹੜਾ ਜੀਵਨ ਪ੍ਰਭੂ ਨੂੰ ਕਬੂਲ ਹੈ, ਪਰਮੇਸ਼ਰ ਦੇ ਦਰ ਤੇ ਪ੍ਰਵਾਨ। ਅਸਥਾਨ ਤੇ ਮਨੁੱਖਾ ਜੀਵਨ ਦੇ ਜੋ ਫਰਜ਼ ਨੇ ਜਾਂ ਜੋ ਮਨੁੱਖ ਨੂੰ ਕਰਨਾ ਚਾਹੀਦਾ ਹੈ, ਸਤਿਗੁਰਾਂ ਨੇ ਆਪਣੇ ਸਿੱਖ ਨੂੰ ਐਸੀਆਂ ਸਿੱਖਿਆਵਾਂ, ਐਸੇ ਵਿਚਾਰ ਬਖਸ਼ੇ ਹਨ, ਜਿਨ੍ਹਾਂ ਵਿਚਾਰਾਂ ਦੇ ਰਾਹੀਂ ਕਈ ਵਾਰੀ ਅਸੀਂ ਦੇਖਦੇ ਹਾਂ ਉਦਾਹਰਨਾਂ ਗੁਰੂ ਸਾਹਿਬ ਜੀ ਨੇ ਸੰਸਾਰ ਦੀਆਂ ਦਿੱਤੀਆਂ ਨੇ, ਪਰ ਉਹਨਾਂ ਉਦਾਹਰਨਾਂ ਦੇ ਰਾਹੀਂ ਜੋੜਨਾ ਸਾਨੂੰ ਨਿਰੰਕਾਰ ਦੇ ਨਾਲ ਚਾਹੁੰਦੇ ਹਨ, ਪਰਮੇਸ਼ਰ ਦੇ ਨਾਲ ਮਿਲਾਣਾ ਚਾਹੁੰਦੇ ਹਨ। ਸੋ ਆਓ ਅੱਜ ਦਾ ਜੋ ਸ਼ਲੋਕ 114 ਨੰਬਰ ਸ਼ਲੋਕ ਹੈ, ਜਿਸ ਦੇ ਰਾਹੀਂ ਪ੍ਰਭੂ ਮਿਲਾਪ ਦੀ ਦਾਤ ਦਾ ਜ਼ਿਕਰ ਕੀਤਾ ਹੈ। ਕਿ ਪਰਮਾਤਮਾ ਦਾ ਜਿਹੜਾ ਮਿਲਾਪ ਹੈ ਉਹ ਕਿਵੇਂ ਹੋ ਸਕਦਾ ਹੈ, ਔਰ ਰੱਬ ਦੇ ਰਸਤੇ ਤੇ ਚੱਲਣ ਵਾਲੀਆਂ ਜਿਹੜੀਆਂ ਜੀਵ ਇਸਤਰੀਆਂ ਨੇ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਸੁਹਾਗਣ ਦੇ ਨਾਲ ਤੁਲਨਾ ਦਿੱਤੀ ਹੈ ਔਰ ਸਮਝਾਇਆ ਹੈ ਕਿ ਉਹਨਾਂ ਨੂੰ ਕਿਸੇ ਹੋਰ ਦੀ ਅੰਦਰ ਝਾਕ ਨਹੀਂ ਹੁੰਦੀ, ਆਸ ਨਹੀਂ ਹੁੰਦੀ। ਉਹ ਜੀਵ ਇਸਤਰੀਆਂ ਕਿਸੇ ਹੋਰ ਦਾ ਆਸਰਾ ਅਤੇ ਟੇਕ ਨਹੀਂ ਲੈਂਦੀਆਂ ਜਿਹੜੀਆਂ ਸੁਹਾਗਣਾਂ ਨੇ। ਆਓ ਇਹ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਜਿਹੜੀਆਂ ਵੀ ਸੰਗਤਾਂ ਪ੍ਰੋਗਰਾਮ ਸਰਵਣ ਕਰ ਰਹੀਆਂ ਹਨ, ਵੱਧ ਚੜ੍ਹ ਕੇ ਪ੍ਰੋਗਰਾਮ ਨੂੰ ਅੱਗੇ ਸੰਗਤਾਂ ਤੱਕ ਪਹੁੰਚਾਇਆ ਕਰੋ, ਤਾਂ ਕਿ ਤੁਹਾਡੇ ਕੀਤੇ ਉਪਰਾਲੇ ਉਦਮ ਸਦਕਾ ਜੇ ਕਿਸੇ ਵੀ ਜਿਗਿਆਸੂ ਨੂੰ ਗੁਰੂ ਕੀ ਵਿਚਾਰ ਸਮਝ ਆ ਜਾਂਦੀ ਹੈ ਤੇ ਜੇ ਕਿਸੇ ਦਾ ਵੀ ਜੀਵਨ ਬਦਲ ਜਾਂਦਾ ਹੈ, ਚੇਂਜ ਹੋ ਜਾਂਦਾ ਹੈ, ਗੁਰੂ ਦੇ ਮੁਤਾਬਿਕ ਕੋਈ ਆਪਣੇ ਆਪ ਨੂੰ ਢਾਲ ਲੈਂਦਾ ਹੈ, ਤੁਹਾਡੇ ਕੀਤੇ ਹੋਏ ਸਾਰੇ ਜਿਹੜੇ ਉਦਮ ਨੇ ਪਿਆਰਿਓ, ਉਹ ਸਕਾਰਤ ਨੇ, ਸਫਲੇ ਨੇ। ਯਤਨ ਕਰੀਏ ਕਿ ਜਿਹੜੀ ਚੀਜ਼ਾਂ ਗੁਰੂ ਨਾਲ ਜੋੜਨ ਵਾਲੀਆਂ ਨੇ, ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ, ਵੱਧ ਤੋਂ ਵੱਧ ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ, ਜਿਹੜੇ ਕਿ ਗੁਰੂ ਦੀਆਂ ਗੱਲਾਂ ਸਾਨੂੰ ਸਰਵਣ ਕਰਾਉਂਦੇ ਹਨ। ਕਿਉਂਕਿ ਉਹਨਾਂ ਦੇ ਅੰਦਰ ਵੀ ਚਾਅ ਉੱਠਦਾ ਹੈ ਵੀ ਗੁਰੂ ਦੀ ਗੱਲ, ਗੁਰੂ ਕੀ ਵਿਚਾਰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚੇ ਔਰ ਸੰਗਤਾਂ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ। ਕਿਉਂਕਿ ਸਿੱਖ ਕੋਲ ਇਹੀ ਇੱਕ ਤਰੀਕਾ ਹੈ ਕਿ ਉਹ ਆਪਣੇ ਗੁਰੂ ਕੋਲੋਂ ਆਪਣੇ ਜੀਵਨ ਦੀ ਜਾਂਚ ਸਿੱਖਦਾ ਹੈ। ਗੁਰਬਾਣੀ ਹੈ ਉਹ ਥਿਉਰੀ ਹੈ, ਜਦੋਂ ਪ੍ਰੈਕਟੀਕਲ ਇਤਿਹਾਸ ਸੁਣਦਾ ਹੈ ਤੇ ਉਹ ਸਿੱਖ ਦਾ ਪ੍ਰੈਕਟੀਕਲ ਰੂਪ ਹੈ। ਸੋ ਜਦੋਂ ਕਥਾ ਹੁੰਦੀ ਹੈ ਤੇ ਦੋਵੇਂ ਚੀਜ਼ਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ, ਥਿਉਰੀ ਵੀ ਤੇ ਨਾਲ ਪ੍ਰੈਕਟੀਕਲ ਵੀ ਦੱਸਿਆ ਜਾਂਦਾ ਹੈ, ਜਿਨ੍ਹਾਂ ਸਿੱਖਾਂ ਨੇ ਆਪਣੇ ਜੀਵਨ 'ਚ ਕੀਤਾ ਹੈ। ਆਓ ਪਿਆਰ ਵਾਲਿਓ, ਸਾਰੇ ਮਨੋਬਿਰਤੀਆਂ ਇਕਾਗਰ ਕਰੋ ਅਤੇ ਗੁਰੂ ਸਾਹਿਬ ਜੀ ਨੂੰ ਝੁਕਾਓ ਸੀਸ। ਆਪਣੇ
ਮੁਖਾਰ ਬਿੰਦ ਨੂੰ ਸਫਲਾ ਕਰੋ, ਰਸਨਾ ਨੂੰ ਸਫਲਾ ਕਰੋ। ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ ਜੀ। ਇਹ ਪਾਵਨ ਸ਼ਲੋਕ ਬਾਬਾ ਫਰੀਦ ਜੀ ਦਾ ਉਚਾਰਨ ਕੀਤਾ ਹੋਇਆ ਹੈ, ਜਿਸ ਦੇ ਰਾਹੀਂ ਬਾਬਾ ਫਰੀਦ ਜੀ ਆਖ ਰਹੇ ਨੇ, ਢੂੰਡੇਨ ਦੀਏ ਸੁਹਾਗ ਕੂ ਤੋ ਤਨ ਕਾਈ ਕੋਰ। ਸੁਹਾਗ ਪਰਮਾਤਮਾ ਨੂੰ ਭਾਲਣ ਵਾਲੀਏ, ਹੇ ਜੀਵ ਇਸਤਰੀਏ, ਤੂੰ ਅੰਮ੍ਰਿਤ ਵੇਲੇ ਉੱਠ ਕੇ ਪਤੀ ਪਰਮਾਤਮਾ ਨੂੰ ਮਿਲਣ ਲਈ ਬੰਦਗੀ ਕਰਦੀ ਹੈ। ਤੇ ਇਸ ਦਾ ਅਰਥ ਬਾਬਾ ਜੀ ਕਰ ਰਹੇ ਨੇ ਕਿ ਤੈਨੂੰ ਅਜੇ ਵੀ ਨਹੀਂ ਮਿਲਿਆ ਤਾਂ ਤੇਰੇ ਅੰਦਰ ਹੀ ਕੋਈ ਕਸਰ ਹੈ, ਤੇਰੇ ਅੰਦਰ ਹੀ ਕੋਈ ਘਾਟ ਹੈ। ਤੋ ਤਨ ਕਾਈ ਕੋਰ। ਕਾਈ ਦਾ ਅਰਥ ਹੈ ਕੋਈ, ਤੇ ਤੈ ਤਨ ਦਾ ਅਰਥ ਹੈ ਤੇਰੇ ਵਿੱਚ, ਕੋਰ ਦਾ ਅਰਥ ਹੈ ਕਸਰ ਜਾਂ ਘਾਟ। ਵੀ ਹੈ ਸੁਹਾਗ ਪਰਮਾਤਮਾ ਨੂੰ ਭਾਲਣ ਵਾਲੀ ਜੀਵ ਇਸਤਰੀਏ, ਤੂੰ ਅੰਮ੍ਰਿਤ ਵੇਲੇ ਉੱਠ ਕੇ ਪਤੀ ਪਰਮਾਤਮਾ ਨੂੰ ਮਿਲਣ ਲਈ ਬੰਦਗੀ ਕਰਦੀ ਹੈ, ਔਰ ਬੰਦਗੀ ਕਰਨ ਤੋਂ ਬਾਅਦ ਵੀ ਅਜੇ ਤੈਨੂੰ ਪਰਮਾਤਮਾ ਤੇਰਾ ਖਸਮ ਵਾਹਿਗੁਰੂ ਨਹੀਂ ਮਿਲਿਆ, ਤਾਂ ਤੇਰੇ ਅੰਦਰ ਕੋਈ ਹੋਰ ਕਸਰ ਹੈ, ਘਾਟ ਹੈ। ਤੂੰ ਅਜੇ ਇੱਕ ਪਾਸੇ ਨਹੀਂ ਲੱਗੀ, ਤੂੰ ਇੱਕ ਦੀ ਨਹੀਂ ਬਣੀ। ਆਓ ਕਿ ਹੋਰ ਜਿਹੜੀਆਂ ਆਸਾਂ ਨੇ ਉਹ ਛੱਡਣੀਆਂ ਹੀ ਪੈਣੀਆਂ ਹਨ। ਤੇਰੇ ਅੰਦਰ ਜੋ ਘਾਟ ਹੈ, ਉਹ ਘਾਟ ਜਿਹੜੀ ਹੈ ਉਹ ਪੂਰੀ ਕਰਨੀ ਪੈਣੀ ਤੈਨੂੰ। ਤੇਰੇ ਅੰਦਰ ਕੋਈ ਨਾ ਕੋਈ ਤਾਂ ਕਸਰ ਹੈ, ਜਿਸ ਕਰਕੇ ਪਰਮੇਸ਼ਰ ਨਹੀਂ ਮਿਲਿਆ। ਜਦੋਂ ਅਸੀਂ ਗੁਰਮਤਿ ਨੂੰ, ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪਿਆਰਿਓ ਵਾਚਦੇ ਹਾਂ, ਗੁਰਬਾਣੀ ਨੇ ਉਦਾਹਰਨਾਂ ਸੰਸਾਰ ਦੀਆਂ ਦਿੱਤੀਆਂ ਔਰ ਸਾਨੂੰ ਨਿਰੰਕਾਰ ਦੇ ਨਾਲ ਜੋੜਿਆ। ਔਰ ਸੁਹਾਗਣ ਨੂੰ ਤਿੰਨ ਕਿਸਮ ਦੀ ਆਖਿਆ। ਤਿੰਨ ਸੁਹਾਗਣਾਂ ਨੇ। ਪਹਿਲਾ ਜਿਹੜਾ ਸੁਹਾਗ ਹੈ, ਜੋ ਬਾਬਾ ਫਰੀਦ ਜੀ ਨੇ ਪਹਿਲੇ ਹੀ ਸ਼ਲੋਕ ਵਿੱਚ ਆਖਿਆ ਸੀ ਕਿ ਜਿਤ ਦਿਹਾੜੈ ਤਨ ਵਰੀ ਸਾਏ ਲਹਿ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ। ਉੱਥੇ ਜਿੰਦ ਨਿਮਾਣੀ ਮਰਨ ਵਰ ਲੈ ਜਾਸੀ ਪਰਨਾਏ। ਪਾਓ ਕਿ ਜਿਹੜੀ ਤੇਰੀ ਜੀਵ ਆਤਮਾ ਹੈ, ਇਸ ਨੂੰ ਸੁਹਾਗਣ ਕਿਹਾ, ਅਤੇ ਮਰਨ ਵਰ ਜਿਹੜਾ ਮੌਤ ਦਾ ਫਰਿਸ਼ਤਾ ਹੈ, ਉਹ ਤੇਰਾ ਪਤੀ ਖਸਮ ਹੈ, ਜਿਹੜਾ ਕਿ ਤੈਨੂੰ ਇੱਕ ਦਿਨ ਪਰਨਾ ਕੇ ਵਿਆਹ ਕੇ ਲੈ ਕੇ ਜਾਏਗਾ। ਉਹ ਵੀ ਸੁਹਾਗ ਵਾਲਾ ਰਿਸ਼ਤਾ ਹੈ। ਔਰ ਖਿਆਲ ਕਰਨਾ, ਕੋਈ ਵੀ ਦੁਨੀਆ ਦਾ ਧਰਮ ਹੈ, ਇਹ ਸੁਹਾਗ ਹਰ ਇੱਕ ਮਨੁੱਖ ਦਾ ਪੂਰਾ ਹੁੰਦਾ ਹੈ। ਇਸ ਪੱਖੋਂ ਹਰ ਇੱਕ ਮਨੁੱਖ ਸੁਹਾਗ ਪ੍ਰਾਪਤ ਕਰਦਾ ਹੈ, ਕਿਉਂਕਿ ਹਰ ਇੱਕ ਨੂੰ ਮੌਤ ਆਉਂਦੀ ਹੈ। ਜਿੰਦ ਜਿਹੜੀ ਹੈ ਉਹ ਸੁਹਾਗਣ ਹੈ, ਅਤੇ ਮਰਨ ਵਰ ਮੌਤ ਜਿਹੜੀ ਹੈ ਉਹ ਲਾੜੀ ਮੌਤ, ਇਹਦਾ ਲਾੜਾ ਹੈ ਜੋ ਇਸ ਨੂੰ ਵਿਆਹ ਕੇ ਲੈ ਕੇ ਜਾਂਦੀ ਹੈ। ਕਿਉਂਕਿ ਇਹ ਮਨੁੱਖ ਹਰ ਇੱਕ ਨੇ ਸੁਹਾਗ ਇਹ ਪ੍ਰਾਪਤ ਕਰਨਾ ਹੈ। ਇੱਕ ਤਾਂ ਇਹ ਸੁਹਾਗ ਹੈ ਕਿ ਜਿਸ ਦਿਨ ਅਸੀਂ ਸੰਸਾਰ ਦੇ ਵਿੱਚ ਆਏ ਹਾਂ, ਇਹ ਮੌਤ ਲਿਖੀ ਹੋਈ ਹੈ, ਇਹ ਵੀ ਸਾਡਾ ਇੱਕ ਵਿਆਹ ਕਿਹਾ ਬਾਬਾ ਫਰੀਦ ਜੀ ਨੇ, ਵੀ ਇਹ ਜਾਣਾ ਹੀ ਪੈਣਾ। ਔਰ ਇਹ ਸੁਹਾਗ ਤਾਂ ਹਰ ਇੱਕ ਨੂੰ ਹੀ ਕਮਾਉਣਾ ਪੈਣਾ। ਸੰਸਾਰ ਦੇ ਵਿੱਚ ਕੋਈ ਵੀ ਐਸਾ ਨਹੀਂ ਜਿਹੜਾ ਕਿ ਇਹ ਸੁਹਾਗ ਪ੍ਰਾਪਤ ਨਾ ਕਰੇ। ਇਹ ਸਾਹਾ ਜਿਸ ਦਾ ਨਾਂ ਲਿਖਿਆ ਜਾਏ। ਦੂਜਾ ਵਿਆਹ ਹੈ
ਸੰਸਾਰੀ ਤੌਰ ਤੋਂ ਪਤੀ ਪਤਨੀ ਦੇ ਆਨੰਦ ਕਾਰਜ, ਜਿਸ ਨੂੰ ਕੋਈ ਵਿਆਹ ਕਹਿੰਦਾ ਹੈ, ਕੋਈ ਨਿਕਾਹ ਕਹਿੰਦਾ ਹੈ, ਕੋਈ ਮੈਰਿਜ ਕਹਿੰਦਾ ਹੈ। ਵੱਖ ਵੱਖ ਨਾਮਾਂ ਦੇ ਨਾਲ ਲੋਕ ਇਸ ਬਾਬਤ ਗੱਲਾਂ ਕਰਦੇ ਹੈ। ਪਰ ਪਿਆਰ ਵਾਲਿਓ, ਸੱਚ ਜਾਣਨਾ। ਦੂਜੀ ਗੱਲ ਹੈ ਪਤੀ ਅਤੇ ਪਤਨੀ ਦਾ ਮਿਲਾਪ। ਗੁਰਮਤਿ ਨੇ ਇਸ ਗੱਲ ਨੂੰ ਵੀ ਬੜਾ ਸਪਸ਼ਟ ਕੀਤਾ ਕਿ ਇਹ ਪਤੀ ਪਤਨੀ ਦਾ ਜਿਹੜਾ ਮਿਲਾਪ ਹੈ, ਔਰ ਇਸ ਮਿਲਾਪ ਨੂੰ ਗੁਰੂ ਸਾਹਿਬ ਜੀ ਨੇ ਆਸ਼ਰਮ ਨਹੀਂ ਕਿਹਾ। ਸਾਡੇ ਦੇਸ਼ ਦੇ ਵਿੱਚ ਜੋ ਸਮਾਜਿਕ ਮਰਿਆਦਾ ਹੈ, ਜੋ ਧਾਰਮਿਕ ਗ੍ਰੰਥ ਨੇ, ਉਹ ਮਨੁੱਖ ਨੂੰ 4 ਆਸ਼ਰਮਾਂ ਦੇ ਵਿੱਚ ਵੰਡਦੇ ਹਨ। ਪਹਿਲੇ ਜੀਵਨ ਦੇ 25 ਸਾਲ ਜਿਹੜੇ ਨੇ, ਉਹ ਮਨੁੱਖ ਨੇ ਬਿਲਕੁਲ ਹੀ ਗ੍ਰਸਤ ਤੋਂ ਪਰੇ ਰਹਿਣਾ ਹੈ। ਪੱਚੀ ਸਾਲ ਤੋਂ ਲੈ ਕੇ 50 ਸਾਲ ਤੱਕ ਗ੍ਰਸਤ ਜੀਵਨ, ਗ੍ਰਸਤ ਆਸ਼ਰਮ 'ਚ ਜਾਣਾ ਹੈ। 50 ਸਾਲ ਤੋਂ ਲੈ ਕੇ 75 ਸਾਲ ਤੱਕ ਬਾਨਪ੍ਰਸਤ, ਔਰ 75 ਤੋਂ 100 ਸਾਲ ਤੱਕ ਜੋ ਮਨੂ ਸਿਮਰਤੀਆਂ ਨੇ, ਉਹਨਾਂ ਨੇ ਫਿਰ ਸੰਨਿਆਸੀ ਦਾ ਮੰਨਿਆ। ਆਓ ਕਿ ਇਹ 4 ਆਸ਼ਰਮ ਮੰਨੇ ਗਏ ਨੇ। ਪਰ ਗੁਰਮਤਿ ਨੇ ਆਖਿਆ ਵੀ ਇਹ ਉਮਰ ਸਾਰਿਆਂ ਨੇ ਹੰਡਾਣੀ ਹੈ ਕਿ ਨਹੀਂ ਹੰਡਾਣੀ। ਇਸ ਕਰਕੇ ਗੁਰਮਤਿ ਜਿਹੜੀ ਹੈ ਉਹ ਕਹਿੰਦੀ ਹੈ ਕਿ ਤੇਰੀ ਜਿਹੜੀ ਬੰਦਗੀ ਹੈ ਉਹ ਮਾਤਾ ਦੇ ਗਰਭ ਤੋਂ ਆਰੰਭ ਹੋ ਜਾਂਦੀ ਹੈ। ਇਸ ਕਰਕੇ ਉਹਨਾਂ ਨੇ ਬਚਪਨ ਤੋਂ ਹੀ ਪਰਮਾਤਮਾ ਦੇ ਨਾਲ ਗ੍ਰਸਤੀ ਜੀਵਨ ਦਾ ਨਾਤਾ ਜੋੜਿਆ ਕਿ ਜਿਵੇਂ ਇੱਕ ਜੀਵ ਇਸਤਰੀ ਵਿਆਹੀ ਜਾਂਦੀ ਹੈ ਤੇ ਉਹ ਖਸਮ ਦੇ ਨਾਲ ਜਦੋਂ ਤੁਰਦੀ ਹੈ ਤੇ ਹੋਰ ਸਾਰੀਆਂ ਆਸਾਵਾਂ ਛੱਡ ਦਿੰਦੀ ਹੈ। ਇੱਕ ਖਸਮ ਦੀ ਆਸ ਰੱਖਦੀ ਹੈ, ਔਰ ਜਿਹੜੀ ਆਸ ਰੱਖਦੀ ਉਸ ਨੂੰ ਗੁਰਬਾਣੀ ਨੇ ਸੁਹਾਗਣ ਕਿਹਾ। ਔਰ ਇੱਥੇ ਤੱਕ ਬਾਣੀ ਨੇ ਲਿਖਿਆ ਕਿ ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ। ਵੀ ਸੁਹਾਗਣ ਇਸਤਰੀ ਦਾ ਚਿੰਨ੍ਹ ਕੀ ਹੈ, ਨਿਸ਼ਾਨੀ ਕੀ ਹੈ, ਕਿਵੇਂ ਪਤਾ ਲੱਗੇ ਇਹ ਸੁਹਾਗਣ ਹੈ। ਇੱਕ ਬੇਨਤੀ ਕਰਾਂ, ਆਨੰਦ ਕਾਰਜ ਬਹੁਤ ਦੇ ਹੁੰਦੇ ਨੇ, ਵਿਆਹ ਬਹੁਤ ਦੇ ਹੁੰਦੇ ਨੇ, ਪਰ ਜਿਹੜੇ ਪਤੀ ਪਤਨੀ ਆਪਣੇ ਰਿਸ਼ਤੇ ਨੂੰ ਇੱਕ ਪਤੀ ਪਰਮੇਸ਼ਰ ਦੀ ਤਰ੍ਹਾਂ ਸਭ ਕੁਝ ਬਖਸ਼ਣ ਵਾਲਾ ਬਣਾ ਲਏ, ਔਰ ਪਤਨੀ ਇੱਕ ਸੁਹਾਗਣ ਬਣ ਕੇ ਆਪਣੇ ਪਤੀ ਦੇ ਆਸਰੇ ਜ਼ਿੰਦਗੀ ਗੁਜ਼ਾਰੇ, ਤੇ ਉੱਥੇ ਵਰਗਾ ਜੋ ਸਵਰਗ ਹੈ ਹੋਰ ਕਿਤੇ ਨਹੀਂ ਲੱਭਣਾ। ਗੁਰਮਤਿ ਨੇ ਇਹ ਸਾਨੂੰ ਦੱਸਿਆ। ਇਸ ਕਰਕੇ ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ, ਅੰਦਰ ਸੱਚ ਮੁਖ ਉਜਲਾ ਖਸਮੈ ਮਾਹਿ ਸਮਾਏ। ਉਸਦੇ ਅੰਦਰ ਸੱਚ ਹੈ, ਮੁਖ ਉਜਲਾ ਹੈ, ਉਹ ਖਸਮ ਦੇ ਵਿੱਚ ਸਮਾਈ ਰਹਿੰਦੀ ਹੈ, ਖਸਮ ਦੀ ਆਗਿਆ ਵਿੱਚ ਚੱਲਦੀ ਹੈ, ਪਤੀ ਦੀ ਆਗਿਆ ਵਿੱਚ ਚੱਲਦੀ ਹੈ, ਉਸਦੇ ਮੁਤਾਬਿਕ ਚੱਲਦੀ ਹੈ। ਪਤੀ ਦਾ ਦੁੱਖ ਸੁੱਖ ਉਸਦਾ ਦੁੱਖ ਸੁੱਖ ਹੁੰਦਾ ਹੈ, ਪਤੀ ਦਾ ਘਾਟਾ ਵਾਧਾ ਉਸਦਾ ਘਾਟਾ ਵਾਧਾ ਹੁੰਦਾ ਹੈ। ਐਸੀ ਵੀ ਹਾਲਤ ਆ ਜਾਏ, ਗੁਰੂ ਸਾਹਿਬ ਜੀ ਨੇ ਕਿਹਾ ਵੀ ਸੁਹਾਗਣ ਦਾ ਇਤਨਾ ਉੱਚਾ ਜੀਵਨ ਹੈ, ਕਹਿੰਦੇ ਰੂਖੋ ਭੋਜਨ ਭੂਮ ਸੈਨ ਸਖੀ ਪ੍ਰੈ ਸੰਗ ਸੂਕ ਵਿਹਾਤ। ਇੱਕ ਸੁਹਾਗਣ ਕਹਿੰਦੀ ਹੈ ਕਿ ਮੇਰੇ ਪਤੀ ਕੋਲ ਕੁਛ ਵੀ ਨਾ ਰਵੇ, ਮੇਰਾ ਪਤੀ ਮੈਨੂੰ ਰੁੱਖਾ ਭੋਜਨ ਦੇਵੇ, ਜ਼ਮੀਨ ਤੇ ਸੌਣ ਨੂੰ ਨਸੀਬ ਹੋ ਜਾਏ। ਰੂਖੋ ਭੋਜਨ ਭੂਮ ਸੈਨ ਸਖੀ ਪ੍ਰੈ ਸੰਗ ਸੁਖ ਵਿਆਤ। ਉਹ ਕਹਿੰਦੀ ਪਰ ਮੈਨੂੰ ਪਤੀ ਦਾ ਸਾਥ ਮਿਲ ਜਾਏ ਤੇ ਇਸ ਤੋਂ ਵੱਡਾ ਹੋਰ ਕੋਈ ਸੁੱਖ ਨਹੀਂ, ਮੈਂ ਉੱਥੇ ਸੁਖੀ ਬਸਦੀ ਹਾਂ ਪਤੀ ਦੇ ਨਾਲ ਰਹਿੰਦੇ। ਇਸ ਕਰਕੇ ਪਹਿਲਾ ਜਿਹੜਾ ਸੁਹਾਗ ਹੈ ਉਹ ਹੈ ਲਾੜੀ ਮੌਤ, ਜੋ ਲਾੜਾ ਬਣ ਕੇ ਆਉਂਦੀ ਹੈ। ਦੂਜਾ ਸੁਹਾਗ ਹੈ ਕਿ ਸੰਸਾਰੀ ਰਿਸ਼ਤਾ ਜੁੜ ਜਾਣਾ। ਇਸ ਕਰਕੇ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਗ੍ਰਸਤ ਨੂੰ ਆਸ਼ਰਮ ਨੇ ਕਿਹਾ, ਭਾਈ ਗੁਰਦਾਸ ਜੀ ਕਹਿੰਦੇ ਇਹ ਇੱਕ ਧਰਮ ਹੈ।
ਔਰ ਇੱਥੇ ਤੱਕ ਲਿਖ ਦਿੱਤਾ ਕਿ ਇਹ ਧਰਮ ਕਿੱਦਾਂ ਨਿਭਣਾ ਚਾਹੀਦਾ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਦੋਵੇਂ ਪਾਸੇ ਦੀ ਗੱਲ ਚਲੇਗੀ ਵੀ ਪਤੀ ਦਾ ਐਸਾ ਖਿਆਲ ਹੋਵੇ, ਜੇ ਵੱਡੀ ਹੈ ਤਾਂ ਮਾਂ, ਛੋਟੀ ਹੈ ਤਾਂ ਧੀ। ਵੱਡੀ ਹੈ ਤੇ ਇਹਦੇ ਪੈਰਾਂ 'ਚ ਹੱਥ ਲਾਉਂਦਾ ਸਿੱਖ, ਔਰ ਛੋਟੀ ਹੈ ਤੇ ਸਿਰ ਤੇ ਹੱਥ ਰੱਖਦਾ। ਇਹ ਸਿੱਖ ਦਾ ਜੀਵਨ ਹੈ, ਸਿੱਖ ਦਾ ਕਰੈਕਟਰ ਹੈ, ਸਿੱਖ ਦਾ ਆਚਰਣ ਹੈ। ਇਹ ਸੁਹਾਗਣ ਦੀ ਨਿਸ਼ਾਨੀ ਹੈ। ਜੋ ਅੱਜ ਅਸੀਂ ਸਮਾਜ 'ਚ ਦੇਖ ਰਹੇ ਹਾਂ, ਇਸ ਕਰਕੇ ਗੁਰਬਾਣੀ ਨੇ ਸਾਰੀਆਂ ਉਦਾਹਰਨਾਂ, ਬਹੁਤੀਆਂ ਉਦਾਹਰਨਾਂ ਸੁਹਾਗਣ ਦੀਆਂ ਦਿੱਤੀਆਂ ਨੇ। ਸੁਹਾਗਣ ਨੂੰ ਗੁਰਬਾਣੀ ਵਿੱਚ ਬਹੁਤ ਵੱਡਾ ਰੁਤਬਾ ਹੈ, ਔਰ ਸੁਹਾਗਣ ਵਾਸਤੇ ਵੀ ਬਹੁਤ ਕੁਝ ਤਿਆਗਣਾ ਪੜਦਾ ਤਾਂ ਉਹ ਸੁਹਾਗ ਨਿਭਾ ਸਕਦੀ ਹੈ। ਆਪਣਾ ਸੁੱਖ, ਆਪਣੀਆਂ ਖੁਆਇਸ਼ਾਂ, ਇਹ ਸਾਰੀਆਂ ਚੀਜ਼ਾਂ ਛੱਡਣ ਵਾਸਤੇ ਤਿਆਰ ਹੈ। ਮੈਂ ਬੇਨਤੀ ਕਰਾਂ, ਉਹੀ ਸੁਹਾਗਣ ਬਣ ਸਕਦੀ ਹੈ ਜਿਹੜੀ ਡਿਮਾਂਡਾਂ 'ਤੇ ਖਲੋਤੀ ਹੋਈ ਹੈ, ਜਿਹੜੇ ਸੰਸਾਰ ਦੇ ਰਸਾਂ ਕਸਾਂ ਵਿੱਚ ਹੀ ਗਲਤਾਨ ਹੈ, ਉਹ ਕਦੀ ਸੁਹਾਗਣ ਨਹੀਂ ਬਣ ਸਕਦੀ। ਜਿਹੜੀ ਪਤੀ ਨਾਲ ਰਹਿੰਦੀ ਹੋਈ ਸਭ ਕੁਝ ਤਿਆਗਣ ਵਾਸਤੇ ਤਿਆਰ ਹੈ। ਜੋ ਪਤੀ ਨੇ ਦੇ ਦਿੱਤਾ ਉਸ ਦੀ ਮਰਜ਼ੀ ਹੈ। ਇਸ ਕਰਕੇ ਗੁਰਮਤਿ ਨੇ ਇਸ ਰਿਸ਼ਤੇ ਨੂੰ ਬਹੁਤ ਉੱਤੇ ਰੱਖਿਆ। ਪਤੀ ਵਾਸਤੇ ਵੀ ਕਿਹਾ ਵੀ ਤੇਰਾ ਜੀਵਨ ਐਸਾ ਹੋਣਾ ਚਾਹੀਦਾ ਜਿਵੇਂ ਪਰਮਾਤਮਾ ਹੈ। ਪਰਮਾਤਮਾ ਭੁੱਲਾਂ ਨਹੀਂ ਚਿਤਾਰਦਾ। ਇਸ ਤਰ੍ਹਾਂ ਜੇ ਤੂੰ ਖਸਮ ਹੈ ਤਾਂ ਪਤਨੀਆਂ ਦੀਆਂ ਭੁੱਲਾਂ ਵੀ ਨਾ ਚਿਤਾਰ। ਔਰ ਜੇ ਤੂੰ ਪਤਨੀ ਹੈ ਤਾਂ ਸੁਹਾਗਣ ਬਣ ਕੇ ਆਪਣੀ ਜ਼ਿੰਦਗੀ ਨੂੰ ਜੀ। ਇਸ ਕਰਕੇ ਅੱਜ ਬਾਬਾ ਫਰੀਦ ਜੀ ਆਖ ਰਹੇ ਨੇ ਕਿ ਢੂੰਡੇਨ ਦੀਏ ਸੁਹਾਗੂ ਤੋਤਨ ਕਾਈ ਕੋਰ। ਸੁਹਾਗ ਪਰਮਾਤਮਾ ਨੂੰ ਭਾਲਣ ਵਾਲੀ ਇਹ ਜੀਵ ਇਸਤਰੀਏ, ਤੂੰ ਅੰਮ੍ਰਿਤ ਵੇਲੇ ਉੱਠ ਕੇ ਪਤੀ ਪਰਮਾਤਮਾ ਨੂੰ ਮਿਲਣ ਲਈ ਬੰਦਗੀ ਵੀ ਕਰਦੀ ਹੈ, ਪਰ ਤੈਨੂੰ ਅਜੇ ਵੀ ਨਹੀਂ ਮਿਲਿਆ ਤਾਂ ਸਮਝ ਲੈ ਵੀ ਤੇਰੇ ਅੰਦਰ ਕੋਈ ਘਾਟ ਹੈ, ਕਸਰ ਹੈ। ਫਿਰ ਤੁਸੀਂ ਵੇਖੋ ਕਿ ਤੀਜੀ ਜਿਹੜੇ ਸੁਹਾਗਣ ਨੇ ਗੁਰਮਤਿ ਅਨੁਸਾਰ, ਉਹ ਸੁਹਾਗਣ ਹੈ ਪਤੀ ਪਰਮਾਤਮਾ ਨਾਲ ਜੁੜਨਾ। ਪਤੀ ਦੇ ਨਾਲ, ਪਰਮੇਸ਼ਰ ਦੇ ਨਾਲ, ਅਕਾਲ ਪੁਰਖ ਦੇ ਨਾਲ ਪਰਨਾਏ ਜਾਣਾ, ਵਿਆਹ ਹੋ ਜਾਣਾ। ਇਹ ਜੀਵ ਆਤਮਾ ਪਰਮ ਆਤਮਾ ਦੇ ਨਾਲ ਜੁੜ ਜਾਣਾ, ਆਪਸੀ ਅਟੈਚਮੈਂਟ ਬਣ ਜਾਣੀ ਇਸ ਜੀਵ ਆਤਮਾ ਦੀ ਤੇ ਪਰਮਾਤਮਾ ਦੀ। ਪਰਮਾਤਮਾ ਆਪ ਇਸ ਜੀਵ ਆਤਮਾ ਦੀ ਸੇਜਾ ਤੇ ਆਵੇ, ਪਰ ਦੁਹਾਗਣ ਦੀ ਨਹੀਂ ਆਉਂਦਾ। ਇਹ ਵਿਚਾਰ ਕਰਿਓ ਕਿਤੇ। ਉਹ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਿ ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉ ਤਨ ਸੇਜੈ ਜਾਏ। ਇਹ ਤੀਜੀ ਅਵਸਥਾ ਹੈ। ਪਰ ਸੁਹਾਗ ਦੀ ਜਿਹੜੀ ਅਵਸਥਾ ਹੈ ਗੁਰਮਤਿ ਦੇ ਅੰਦਰ, ਭਾਵੇਂ ਉਹ ਸੁਹਾਗ ਖਸਮ ਪਤੀ ਦੇ ਨਾਲ ਹੋਵੇ ਦੁਨਿਆਵੀ ਤੌਰ ਤੋਂ, ਇਹ ਸੱਚਾ ਸੁੱਚਾ ਰਿਸ਼ਤਾ ਬਣਾਉਣਾ ਚਾਹੀਦਾ ਹੈ। ਭਾਵੇਂ ਪਰਮੇਸ਼ਰ ਦੇ ਨਾਲ ਸੁਹਾਗ ਕਮਾਉਣ ਦੀ ਗੱਲ ਹੋਵੇ, ਤੇ ਇਹ ਵੀ ਸੱਚਾ ਸੁੱਚਾ ਆਪਣੇ ਜੀਵਨ ਵਿੱਚ। ਜੇ ਅਜੇ ਵੀ ਖਸਮ ਪਰਮਾਤਮਾ ਨਾਲ ਸਾਂਝ ਨਹੀਂ ਤਾਂ ਸਮਝ ਲੈ ਤੇਰੇ ਜੀਵਨ ਵਿੱਚ ਕੋਈ ਘਾਟ ਹੈ ਜੋ ਰੱਬ ਤੈਨੂੰ ਪਸੰਦ ਨਹੀਂ ਕਰ ਰਿਹਾ। ਪਤਾ ਸੁਹਾਗਣ ਦਾ ਕਿੰਨਾ ਉੱਚਾ ਜੀਵਨ ਹੁੰਦਾ ਹੈ। ਜਦੋਂ ਅਸੀਂ ਪ੍ਰੈਕਟੀਕਲ ਦੇਖਦੇ ਨਾ ਗੁਰ ਇਤਿਹਾਸ ਵਿੱਚੋਂ, ਜਦੋਂ ਅਨੰਦਪੁਰ ਸਾਹਿਬ ਛੱਡਿਆ ਨਾ ਮੇਰੇ ਸਾਹਿਬ ਨੇ, ਪਰਿਵਾਰ ਵਿਛੋੜਾ ਹੋ ਗਿਆ। ਪਰਿਵਾਰ ਵਿਛੋੜਾ ਹੋਣ ਤੋਂ ਬਾਅਦ ਗੁਰੂ ਸਾਹਿਬ ਜੀ ਸਰਸਾ ਪਾਰ ਕਰਕੇ ਰੋਪੜ ਵਾਲੇ ਪਾਸੇ ਆਏ। ਉੱਥੇ ਵੀ ਰੰਗਣਾ ਦੇ ਨਾਲ ਘਮਸਾਨ ਯੁੱਧ ਹੋਇਆ, ਲੜਾਈ ਹੋਈ ਪਠਾਨਾਂ ਦੇ ਨਾਲ। ਉੱਥੇ ਭਾਈ ਬਾਬਾ ਅਜੀਤ ਸਿੰਘ ਕੀ ਵੇਖਦੇ ਨੇ ਕਿ ਭਾਈ ਬਚਿੱਤਰ ਸਿੰਘ ਜ਼ਖਮੀ ਪਏ ਨੇ, ਸਵਾਸ ਅਜੇ ਚੱਲ ਰਹੇ ਨੇ। ਆਪਣੇ ਘੋੜੇ ਦੇ ਉੱਤੇ ਭਾਈ ਬਚਿੱਤਰ ਸਿੰਘ ਜੀ ਨੂੰ ਸਵਾਰ ਕੀਤਾ ਤੇ ਗੁਰੂ ਸਾਹਿਬ ਜੀ ਦੇ ਨਾਲ ਮਿਲ ਨਿਹੰਗ ਖਾਂ ਦੇ ਘਰ ਚਲੇ ਗਏ, ਕੋਟਲਾ ਨਿਹੰਗ ਖਾਂ।
मैं सुहागण की गल कर रहा कि सुहागण का कितना बड़ा जीवन होंदा है, सुहाग की कितनी बड़ी अहमियत होंदी है। अज के समाज नूं इस इतिहास तो प्रेरणा लैनी चाहिए है। भावें वो पति परमात्मा का सुहाग होवे, भावें वो संसारी तौर तो खसम का सुहाग होवे, उस वास्ते कुछ मर्यादा है, कुछ रहत है, कुछ बहत है। सिੱਖੀ ने ये असूल साडे सामने रखे ने। ते हुण जदों भाई बचिੱਤਰ ਸਿੰਘ ਨੂੰ ਲੈ ਕੇ गुरु साहब जी ते ਸਿੰਘ बाबा अजीत सिंह जी कोटला निहंग खान दे कोल पहुंचे, उत्थे जाके देखा कि जख्म ज़्यादा सन। उन्होंने जख्म साफ किए गए, एक कमरे दे विच उतारा किया गया। पर उस वेले खबर पहुँच गई कि फौजां चढ़ के आ रही ने ते गुरु साहब ते बाकी दे सिंह जिहड़े ने वो चमकौर साहब वाल नूं वध पए। पर भाई बचिੱਤਰ सिंह निहंग खां दे घर दे विच ही रह गए। फौजां ने सीधा ही निहंग खां दा घर जाके बोलना शुरू कर दिता। दरवाजे खुले निहंग खां दे, सारे निहंग खां दे। और हैरानी की गल कि जिस कमरे विच भाई बचिੱਤਰ सिंह ने उत्थे मुमताज जिहड़ी निहंग खां की धी है उसनूं भेज दिता। और एक गल आखी जो तलाशी कर रहे सन मुगलों नूं कि गल इस तरह है कि अंदर कमरे दे विच मेरी धी अते जमाई हन। सिपाहियों ने थोड़ा जिहा दरवाज़ा खोलिया तो उन्होंने देखा वाकई धी है, तो अंदर कोई बंदा भी है, तो वो चले गए वापस। इलाज किया भाई बचिੱਤਰ सिंह का, पर कुछ समा भाई बचिੱਤਰ सिंह ख्याल करना। कोटले दे निहंग खान ने एक गल आखी सी भी अंदर मेरी धी अते जमाई है। मुमताज ने पूछा, पिता तुसी ते मेरा रिश्ता वसी पठाना दे एक पठान नाल कीता होया है, और मैं भावें वो शराबी कबाबी ये सारे ऐब ने, पर जिस दे नाल तुसी मेरा रिश्ता किया मैं किसी होर दी मन विच चाहक नहीं रखी। जिस दे नाल तो रिश्ता किया ना, मेरी चाहक केवल उस दे प्रति है। पर अज तुसी कहा कि अंदर मेरी धी अते जमाई हन, तुसी मेरा रिश्ता कर दिता सी, विच किसी होर नूं लियांदा भी नहीं। पर जिहड़ी गल तुसी आखी है मैं उस दे नाल हुण बयान नहीं कराना चाहती पठान दे नाल। जे तुसी कह ही दिता मेरी धी अते जमाई है, इस करके अज तो मैं भाई बचिੱਤਰ सिंह इतना बड़ा ये शहीद है गुरु का, मैं अपना पति जान के और जो बंदगी करांगी पर बयान नहीं करावांगी। तुसी मैनू सुहागण कह दिता ना भी इस दे नाल तेरा रिश्ता जुड़ गया है, रिश्ता जुड़ गया। तो उसने कहा भी मेरा रिश्ता जे तुसी जोड़ ही दिता है पिताश्री, तो मेरी बेनती भी प्रमाण करो भी मैं हुण पठान दे नाल बयान नहीं कराना, बसी पठाना। इतिहास गवाह है निहंग खां मन गया, पहला तो बेनतियां कीतियां फिर मन गया, जिसने कहा भी तुसी कह ही दिता कि मेरा जमाई अते धी है। जे भाई बचिੱਤਰ सिंह नूं कह ही दिता कि वो मेरा जमाई है, तो मैं हुण बयान नहीं कराउणा, नहीं कराया। 125 साल मुमताज जिउंदी रही और भाई बचिੱਤਰ सिंह शहीद नूं अपना पति मन के अपनी पूरी जिंदगी जिहड़ी कुआरा डोला करके उसने गुजार दी। भाव कुआरी रही, किसी दे नाल जीवन दे विच किसी वल झाक ना रखी, ते पूरी जिंदगी बंद की। अज तुसीं जदों भट्टा साहब भी जाओ ना, तो भाई बचिੱਤਰ सिंह ते मुमताज दोनों की जगह बनी हुई है। भावें शरीरिक कोई रिलेशन नहीं है, शरीरिक कोई संबंध नहीं है, पर पिता ने कहा भी मेरा जमाई ते मेरी धी है। इस बचन नूं कमाया मुमताज ने 125 साल की आरजा दे विच। इस नूं कहंदे ने सुहाग, जिस दे अंदर किसी होर पासे दी झाक, होर कोई तमन्ना, जमानी दा जोबन उसनूं डुला नहीं सकिया।
ਇਸ ਕਰਕੇ ਬਾਬਾ ਫਰੀਦ ਜੀ ਇਸ ਵਿਚਾਰ ਨੂੰ ਸਾਡੇ ਸਾਹਮਣੇ ਰੱਖ ਰਹੇ ਨੇ ਕਿ ਇਸ ਤਰ੍ਹਾਂ ਦਾ ਤੇਰੇ ਜੀਵਨ ਵਿੱਚ ਪਰਮਾਤਮਾ ਨੂੰ ਤੂੰ ਭਾਲਣਾ ਚਾਹੁੰਦੀ ਹੈ, ਉਸ ਸੁਹਾਗ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ, ਤੇ ਅੰਮ੍ਰਿਤ ਵੇਲੇ ਉੱਠ ਕੇ ਉਸ ਸੁਹਾਗ ਦੀ ਪ੍ਰਾਪਤੀ ਵਾਸਤੇ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਉਹਦੇ ਮਿਲਣ ਲਈ ਬੰਦਗੀ ਵੀ ਕਰਦੀ ਹੈ। ਪਰ ਜੇ ਅਜੇ ਵੀ ਤੈਨੂੰ ਪ੍ਰਾਪਤ ਨਹੀਂ ਹੋਇਆ ਨਾ, ਤਾਂ ਇਸ ਦਾ ਅਰਥ ਹੈ ਕਿ ਤੇਰੇ ਅੰਦਰ ਕੋਈ ਹੋਰ ਕਸਰ ਹੈ, ਕੋਈ ਘਾਟ ਹੈ ਤੇਰੇ ਅੰਦਰ। ਆਪਣੇ ਅੰਦਰ ਝਾਤ ਮਾਰ ਕੇ ਵੇਖ ਵੀ ਕੀ ਘਾਟ ਹੈ, ਕੀ ਕਮੀ ਰਹਿ ਗਈ ਹੈ ਕਿ ਮੈਨੂੰ ਮੇਰੇ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਹਾਸਲ ਨਹੀਂ ਹੋਇਆ, ਰੱਬ ਦੇ ਨਾਲ ਅਜੇ ਵੀ ਮੇਰੀ ਸਾਂਝ ਨਹੀਂ ਬਣੀ। ਤੇ ਉਸ ਘਾਟ ਨੂੰ ਜਦੋਂ ਅਸੀਂ ਦੇਖਾਂਗੇ ਨਾ, ਤੇ ਫਿਰ ਪਤਾ ਚੱਲੇਗਾ ਕਿ ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਭੀਤ ਕਰਾਰੀ। ਮੈਂ ਅੰਮ੍ਰਿਤ ਵੇਲੇ ਉੱਠਦਾ ਜ਼ਰੂਰ ਹਾਂ, ਉੱਠਦੀ ਜ਼ਰੂਰ ਹਾਂ, ਪਰ ਮੇਰੇ ਅੰਦਰ ਘਾਟ ਇਹ ਹੈ ਕਿ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਮੈਂ ਸਵੇਰੇ ਉੱਠ ਕੇ ਬੰਦਗੀ ਕਰਦੀ ਹਾਂ। ਹਉਮੈ ਹੀ ਹੈ ਜਿਹੜੀ ਰੱਬ ਦੇ ਨਾਲ ਮਿਲਾਪ ਨਹੀਂ ਹੋਣ ਦਿੰਦੀ। ਇਹੀ ਕਸਰ ਹੈ ਸਾਡੇ ਜੀਵਨ ਵਿੱਚ। ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਭੀਤ ਕਰਾਰੀ। ਹਉਮੈ ਦੀ ਕੰਧ ਅੰਦਰ ਲੱਗੀ ਹੋਈ ਹੈ, ਔਰ ਸਿਆਣਿਓ ਸੱਚ ਜਾਣਨਾ ਇਹ ਹਉਮੈ ਹੀ ਹੈ ਜਿਹੜੀ ਪਤੀ ਤੇ ਪਤਨੀ ਨੂੰ ਇੱਕ ਨਹੀਂ ਹੋਣ ਦੇ ਰਹੀ। ਪਤਨੀ ਵਿੱਚ ਆਈ ਇਹ ਹਉਮੈ ਪਤੀ ਦੇ ਨੇੜੇ ਨਹੀਂ ਹੋਣ ਦਿੰਦੀ। ਇਸ ਤਰ੍ਹਾਂ ਹੀ ਜਿਸ ਜੀਵ ਇਸਤਰੀ ਦੇ ਅੰਦਰ ਇਹ ਹਉਮੈ ਹੈ, ਉਹ ਪਤੀ ਪਰਮੇਸ਼ਰ ਦੇ ਨੇੜੇ ਨਹੀਂ ਹੋ ਸਕਦੀ। ਤੇ ਹੁਣ ਗੁਰੂ ਸਾਹਿਬ ਕਹਿੰਦੇ ਨੇ ਚਲੋ ਇਹ ਗੱਲ ਸਮਝ ਆ ਗਈ ਵੀ ਇਹ ਕਹਾਣੀ ਹੈ, ਇਸ ਕਰਕੇ ਰੱਬ ਦਾ ਮਿਲਾਪ ਹਾਸਲ ਨਹੀਂ ਹੋ ਰਿਹਾ। ਕਿ ਇਹ ਹਉਮੈ ਟੁੱਟ ਸਕਦੀ ਹੈ, ਇਹ ਕੰਧ ਢਹਿ ਸਕਦੀ ਹੈ, ਇਹ ਰੁਕਾਵਟ ਜੋ ਬਣ ਗਈ ਹੈ ਜੀਵਨ ਦੇ ਅੰਦਰ, ਜੋ ਖਸਮ ਦੇ ਨਾਲ ਸਾਂਝ ਨਹੀਂ ਬਣ ਰਹੀ। ਤੇ ਮੇਰੇ ਦਾਤਾ ਸਤਿਗੁਰੂ ਨੇ ਕਿਹਾ ਹਾਂ ਤਰੀਕਾ ਹੈ। ਗੁਰ ਪੂਰੈ ਹਉਮੈ ਭੀਤ ਤੋਰੀ। ਪੂਰੇ ਗੁਰੂ ਨੇ ਕਿਰਪਾ ਕਰਕੇ ਹਉਮੈ ਦੀ ਕੰਧ ਨੂੰ ਤੋੜ ਦਿੱਤਾ। ਜਨ ਨਾਨਕ ਮਿਲੇ ਬਨਵਾਰੀ। ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਜੀਵਨ 'ਚ ਯਾਦ ਰੱਖਣਾ। ਗੁਰੂ ਸਾਹਿਬ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਕਿੰਨਾ ਚੰਗਾ ਹੋਵੇ ਕਿ ਪਤੀ ਪਰਮੇਸ਼ਰ ਆਪ ਵਰ ਬਣ ਕੇ ਤੈਨੂੰ ਆਪਣੇ ਨਾਲ ਜੋੜੇ। ਪਰ ਉਨਾ ਚਿਰ ਨਹੀਂ ਜੋੜ ਸਕਦਾ ਬਾਬਾ ਫਰੀਦ ਜੀ ਕਹਿੰਦੇ ਜਿੰਨਾ ਚਿਰ ਤੇਰੇ ਅੰਦਰ ਕੋਈ ਘਾਟ ਹੈ, ਕੋਈ ਝਾਕ ਹੈ, ਕੋਈ ਕਸਰ ਹੈ, ਉਨਾ ਚਿਰ ਤੇਰਾ ਮਿਲਾਪ ਨਹੀਂ ਹੋ ਸਕਦਾ। ਉਸ ਮਿਲਾਪ ਦੇ ਲਈ ਔਰ ਇੱਕ ਹੋਰ ਬੇਨਤੀ ਕਰਾਂ, ਮੌਤ ਰੂਪੀ ਲਾੜਾ ਸਾਰਿਆਂ ਨੂੰ ਬਿਆਨ ਆਉਂਦਾ ਹੈ, ਇਹ ਸੁਹਾਗ ਸਾਰਿਆਂ ਦਾ ਬਣ ਜਾਂਦਾ ਹੈ। ਬਹੁਤਿਆਂ ਦਾ ਸੰਸਾਰੀ ਤੌਰ ਤੋਂ ਪਤੀ ਪਤਨੀ ਦਾ ਇਹ ਵੀ ਬਣ ਜਾਂਦਾ ਹੈ, ਪਰ ਤੀਜਾ ਜਿਹੜਾ ਕੰਮ ਸਭ ਤੋਂ ਔਖਾ ਹੈ ਕਿ ਪ੍ਰਭੂ ਪਤੀ ਦੇ ਨਾਲ ਇਹ ਜੀਵ ਆਤਮਾ ਦਾ ਸੁਹਾਗ ਜਿਹੜਾ ਹੈ ਉਹ ਪੂਰਾ ਹੋ ਜਾਏ, ਇਹ ਸੁਹਾਗਣ ਬਣ ਸਕੇ ਉੱਥੇ। ਇਸ ਕਰਕੇ ਦੇਖੋ ਨਾ, ਜਿਹੜੀ ਸੁਹਾਗਣ ਹੈ ਨਾ, ਮਹਾਰਾਜ ਕਹਿੰਦੇ ਸਭ ਸੁਹਾਗਣ ਮਨ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਹੇ ਮੇਰੇ ਪ੍ਰਭੂ, ਸਾਰੀਆਂ ਸੁਹਾਗਣਾਂ ਤੇਰੇ ਨਾਲ ਮਿਲ ਕੇ ਆਨੰਦ ਮਾਣਦੀਆਂ ਨੇ। ਹੇ ਮੇਰੇ ਮੁਰਾਰੀ, ਹੇ ਮੇਰੇ ਮਾਲਕ, ਇੱਕ ਰਾਤ ਮੈਨੂੰ ਵੀ ਬਖਸ਼ੋ ਮਿਲਾਪ ਦੀ। ਇਹ ਕਿਰਪਾ ਮੇਰੇ ਉੱਤੇ ਵੀ ਕਰੋ। ਇਸ ਕਰਕੇ ਜੀਵਨ 'ਚ ਯਾਦ ਰੱਖਣਾ ਕਿ ਜਿਵੇਂ ਮੁਮਤਾਜ਼ ਨੇ ਆਪਣੇ ਜੀਵਨ ਨੂੰ ਜੀਵਿਆ, ਇਹ ਅਸਲੀ ਪੱਕਾ ਸੁਹਾਗ ਹੈ। ਔਰ ਜੇ ਅੱਜ ਪਰਿਵਾਰਾਂ ਦੇ ਵਿੱਚ ਕਿਤੇ ਇਸ ਤਰ੍ਹਾਂ ਦਾ ਰਿਸ਼ਤੇ ਨਾਤੇ ਬਣ ਜਾਣ, ਸਾਡੇ ਸਮਾਜ ਦੇ ਅੰਦਰ ਜੋ ਗਿਰਾਵਟ ਆ ਰਹੀ ਹੈ, ਇਹ ਗਿਰਾਵਟ ਮੁੱਕ ਸਕਦੀ ਹੈ। ਪਰ ਉਸ ਵਾਸਤੇ ਨਿਮਰਤਾ ਚਾਹੀਦੀ ਹੈ, ਹਲੇਮੀ ਚਾਹੀਦੀ ਹੈ, ਸਹਿਜ ਚਾਹੀਦਾ ਹੈ, ਜੋ ਅੱਜ ਦੀਆਂ ਬੱਚੀਆਂ ਵਿੱਚ ਵੀ ਨਜ਼ਰ ਨਹੀਂ ਆਉਂਦੀ। ਅਤੇ ਅੱਜ ਦੇ ਜੋ ਬੱਚੇ ਨੇ ਉਹਨਾਂ ਵਿੱਚ ਵੀ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਕਿ ਗਲਤੀਆਂ ਨੂੰ ਬਖਸ਼ਣ ਵਾਲੀ ਗੱਲ ਜਿਹੜੀ ਹੈ, ਪਰਮਾਤਮਾ ਭੁੱਲਾਂ ਬਖਸ਼ ਦਿੰਦਾ ਹੈ ਨਾ। ਉਹ ਐਸਾ ਖਸਮ ਹੈ, ਐਸਾ ਪਤੀ ਹੈ। ਅਸੀਂ ਜਿਤਨੀ ਮਰਜ਼ੀ ਗਲਤੀਆਂ ਕਰਦੇ, ਦੇਖੋ ਕਿਤਨੀਆਂ ਉਹ ਗਲਤੀਆਂ ਸਾਡੀਆਂ ਬਖਸ਼ਿਸ਼ ਕਰ ਦਿੰਦਾ ਹੈ। ਇੱਥੇ ਤੱਕ ਕਿ ਕੋਟ ਪਰਾਧ ਹਮਾਰੇ ਖੰਡੋ,
ਕੋਈ ਇੱਕ ਗਲਤੀ ਬਖਸ਼ਦਾ ਹੈ, ਕਰੋੜਾਂ ਅਪਰਾਧ ਸਾਡੇ ਉਹ ਜਿਹੜਾ ਉਹ ਖੰਡਿਤ ਕਰ ਦਿੰਦਾ ਹੈ। ਉਹ ਤਾਂ ਸਭ ਕੁਝ ਕਰੀ ਜਾ ਰਿਹਾ, ਪਰ ਅਸੀਂ ਜੋ ਸੁਹਾਗਣ ਬਣਨ ਵਾਸਤੇ ਤਿਆਰ ਨਹੀਂ। ਕਿਉਂਕਿ ਸੁਹਾਗਣ ਬਾਰੇ ਅੱਗੇ ਬਾਬਾ ਫਰੀਦ ਜੀ ਨੇ ਆਖਿਆ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਚਾਹਕ ਨਾ ਹੋਰ। ਆਖਣ ਲੱਗੇ ਜਿਨ੍ਹਾਂ ਦਾ ਨਾਮ ਸੁਹਾਗਣ ਹੈ ਨਾ, ਕਹਿੰਦੇ ਨੇ ਉਹਨਾਂ ਦੇ ਅੰਦਰ ਕੋਈ ਹੋਰ ਟੇਕ ਨਹੀਂ ਹੁੰਦੀ। ਅਸੀਂ ਅੱਜ ਪਤੀ ਪਰਮਾਤਮਾ ਦਾ ਸੁਹਾਗ ਹਾਸਲ ਨਹੀਂ ਕਰ ਪਾ ਰਹੇ, ਉਸਦੇ ਵਿੱਚ ਇੱਕ ਕਾਰਨ ਹੈ। ਕਿਉਂਕਿ ਜਿਨ੍ਹਾਂ ਦਾ ਨਾਮ ਹੀ ਸੁਹਾਗਣ ਹੈ, ਉਹਨਾਂ ਨੂੰ ਕਿਸੇ ਹੋਰ ਦੀ ਝਾਕ ਨਹੀਂ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਧਰਮ ਦੇ ਮਾਮਲੇ ਦੇ ਵਿੱਚ ਗੁਸਤਾਖੀ ਮਾਫ, ਵੀ ਸਾਰੇ ਧਰਮ ਇੱਕੋ ਜਿਹੇ ਨੇ, ਸਭ ਧਰਮ ਬਰਾਬਰ ਨੇ, ਸਾਰੇ ਰੱਬ ਬਰਾਬਰ ਨੇ। ਪਰ ਜਿਹੜੀ ਜਿਗਿਆਸੂ ਜੀਵ ਆਤਮਾ, ਜੀਵ ਇਸਤਰੀ ਸੁਹਾਗਣ ਪਤੀ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ, ਤੇ ਉਸਦੀ ਯਾਦ ਤੋਂ ਬਿਨਾਂ ਹੋਰ ਕਿਸੇ ਦੀ ਯਾਦ ਨਹੀਂ। ਤੇ ਅੱਜ ਦਾ ਸਿੱਖ ਅਖਵਾਉਣ ਵਾਲਾ ਵੀ, ਮਾਫ ਕਰਨਾ, ਇਹ ਦੇਵਤਿਆਂ ਦੇ ਮੰਤਰ ਵੀ ਪੜ੍ਹ ਲੈਂਦਾ, ਫਲਾਣੇ ਦੇਵਤੇ ਨੂੰ ਖੁਸ਼ ਕਰਨਾ। ਇਹ ਪੀਰਾਂ ਨੂੰ ਖੁਸ਼ ਕਰਨ ਵਾਸਤੇ ਵੀ ਉਪਰਾਲੇ ਕਰਦਾ ਹੈ। ਇਹ ਵੱਖ ਵੱਖ ਤਰ੍ਹਾਂ ਦੇ ਵਰਤ ਵੀ ਰੱਖ ਲੈਂਦਾ ਹੈ, ਹੋਰ ਬਹੁਤ ਸਾਰੀਆਂ ਕਿਰਿਆਵਾਂ ਕਰ ਲੈਂਦਾ ਹੈ। ਇਸ ਦਾ ਅਰਥ ਇਹ ਹੈ ਕਿ ਸਿੱਖ ਅਜੇ ਸਿੱਖ ਨਹੀਂ ਬਣ ਪਾਇਆ। ਇਹ ਸੁਹਾਗਣ ਦਾ ਰਿਸ਼ਤਾ ਇਹ ਜੀਵਨ 'ਚ ਨਿਭਾ ਹੀ ਨਹੀਂ ਸਕਿਆ, ਕਿਉਂਕਿ ਇਸ ਨੇ ਝਾਕ ਹੋਰ ਵੀ ਰੱਖੀ ਹੋਈ ਹੈ। ਇਸ ਪ੍ਰਥਾਏ ਬਾਬਾ ਫਰੀਦ ਜੀ ਗੱਲ ਕਰਨਾ ਚਾਹੁੰਦੇ ਆ ਕਿ ਜੇ ਤੂੰ ਅੱਲਾਹ ਤਾਲਾ ਦੀ ਪ੍ਰਾਪਤੀ ਚਾਹੁੰਦਾ ਹੈ, ਰੱਬ ਦੀ ਪ੍ਰਾਪਤੀ ਚਾਹੁੰਦਾ ਹੈ, ਵਾਕਈ ਹੈ ਜੀਵ ਆਤਮਾ ਤੂੰ ਸੁਹਾਗਣ ਬਣਨਾ ਚਾਹੁੰਦੀ ਹੈ, ਤਾਂ ਤੇਰੇ ਜੀਵਨ ਵਿੱਚ ਹੋਰ ਕਿਸੇ ਦੀ ਝਾਕ ਨਹੀਂ ਹੋਣੀ ਚਾਹੀਦੀ। ਅਸੀਂ ਤਾਂ ਦੇਵਤਿਆਂ ਦੇ ਮੰਤਰ ਵੀ ਪੜ੍ਹੀ ਜਾਂਦੇ, ਫਲਾਣੇ ਦੇਵਤੇ ਨੂੰ ਖੁਸ਼ ਕਰਨਾ, ਅਸੀਂ ਫਲਾਣੇ ਪੀਰ ਨੂੰ ਖੁਸ਼ ਕਰਨਾ, ਉਸ ਵਾਸਤੇ ਵੀ ਜੋ ਚਾਦਰਾਂ ਚੜਾਈ ਜਾਂਦੇ ਹਾਂ। ਅਸੀਂ ਕੋਈ ਕੰਮ, ਕੋਈ ਮੰਤਰ, ਕੋਈ ਤੰਤਰ, ਕੋਈ ਜਾਦੂ, ਕੋਈ ਟੋਨਾ ਕੁਝ ਛੱਡਦੇ ਨਹੀਂ ਹਾਂ। ਔਰ ਉਸ ਸੁਹਾਗ ਵਾਸਤੇ ਜ਼ਰੂਰੀ ਹੈ ਦਸਵੇਂ ਪਾਤਸ਼ਾਹ ਦੇ ਵਚਨ ਕਿਤੇ ਝਾਤ ਮਾਰੋ, ਬਾਣੀ ਦੇ ਵਿੱਚ ਕਿਤੇ ਧਿਆਨ ਦਿਓ। ਮਹਾਰਾਜ ਕਹਿੰਦੇ ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਵਰਤ ਗੋੜ ਮੜੀ ਮਟ ਭੂਲ ਨਾ ਮਾਨੈ। ਸਿੱਖ ਮੰਨੀ ਜਾ ਰਿਹਾ, ਪਰ ਗੁਰਸਿੱਖੋ ਨਹੀਂ ਜੇ ਪਰਮਾਤਮਾ ਨਾਲ ਸਾਂਝ ਬਣਨੀ, ਵਾਹਿਗੁਰੂ ਨਾਲ ਨਾ ਸਾਡਾ ਨਾਤਾ ਬਣੇਗਾ। ਔਰ ਜਦੋਂ ਤੱਕ ਪਰਮਾਤਮਾ ਦਾ ਸੁਹਾਗ ਹਾਸਲ ਨਹੀਂ ਹੋਇਆ, ਸਾਡੀ ਜ਼ਿੰਦਗੀ ਸਵਰਗ ਨਹੀਂ ਬਣ ਸਕਦੀ, ਆਨੰਦਮਈ ਨਹੀਂ ਹੋ ਸਕਦੀ, ਖੇੜੇ ਵਿੱਚ ਨਹੀਂ ਆ ਸਕਦੀ। ਇੱਛਾ ਸਾਰਿਆਂ ਦੀ ਹੈ ਕਿ ਘਰ 'ਚ ਮੇਰੇ ਆਨੰਦ ਹੋਵੇ, ਖੁਸ਼ੀ, ਖੇੜੇ, ਲਹਿਰਾ ਵਹਿਰਾ ਹੋ ਜਾਣ। ਦੁਨੀਆ ਵੀ ਚਾਰ ਪੈਸੇ ਆ ਵੀ ਗਏ ਤੇ ਉਹਨਾਂ ਨੂੰ ਨਾ ਸਮਝਣਾ ਕਿ ਇਹ ਲਹਿਰਾ ਵਹਿਰਾ ਆ ਗਈਆਂ ਨੇ। ਕਿਉਂਕਿ ਜੇ ਉਹ ਪੈਸਾ ਹੁੰਦੇ ਹੋਏ ਵੀ ਘਰ ਦੇ ਵਿੱਚ ਹਰ ਵੇਲੇ ਕਲੇਸ਼ ਹੀ ਹੈ, ਦੁੱਖ ਹੀ ਹੈ, ਚਿੰਤਾਵਾਂ ਨੇ, ਝੋਰੇ ਨੇ, ਤੇ ਐਸੇ ਧਨ ਦਾ ਵੀ ਕੀ ਕਰੋਗੇ ਜਿੱਥੇ ਧਰਮ ਹੀ ਨਹੀਂ ਰਿਹਾ, ਜਿੱਥੇ ਧਰਮ ਖੰਭ ਲਾ ਕੇ ਉੜ ਗਿਆ। ਇਸ ਕਰਕੇ ਸਾਨੂੰ ਇਹ ਗੱਲ ਸਮਝਾਈ ਜਾ ਰਹੀ ਹੈ, ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਜੇ ਪਤੀ ਪਰਮੇਸ਼ਰ ਦਾ ਮਿਲਾਪ, ਵਾਹਿਗੁਰੂ ਦਾ ਮਿਲਾਪ ਹਾਸਲ ਕਰਨਾ ਹੈ ਜੀਵ ਆਤਮਾ, ਤਾਂ ਫਿਰ ਹੋਰ ਝਾਕਾਂ ਤੇ ਛੱਡਣੀਆਂ ਪੈਣੀਆਂ। ਅਸੀਂ ਪੜ੍ਹਤਾ ਲੈਂਦੇ ਰੋਜ਼ ਕਿ ਸਗਲ ਦੁਆਰ ਕੋ ਛਾੜ ਕੇ ਗੇਹੋ ਤੁਹਾਰੋ ਦੁਆਰ, ਵੀ ਸਾਰੇ ਦੁਆਰ ਛੱਡ ਦਿੱਤੇ ਨੇ ਮੈਂ, ਹੁਣ ਮੈਂ ਤੇਰੇ ਦੁਆਰ ਤੇ ਆ ਗਿਆ। ਪਰ ਸਿੱਖ ਅਖਵਾਉਣ ਵਾਲਾ ਇੱਥੇ ਵੀ ਮੱਥਾ ਟੇਕਦਾ, ਔਰ ਹੋਰ ਥਾਂ ਤੇ ਵੀ ਕਿਤੇ ਛੱਡਦਾ ਕੋਈ ਨਹੀਂ ਹੈ। ਔਰ ਇਹ ਵੀ ਰੋਜ਼ ਪੜ੍ਹੀ ਜਾਂਦਾ ਵੀ ਸਗਲ ਦੁਆਰ ਕੋ ਛੱਡ ਕੇ। ਹੋਰ ਆਰਤੀਆਂ ਵਿੱਚ ਵੀ ਸ਼ਾਮਿਲ ਹੁੰਦਾ, ਹੋਰ ਪਤਾ ਨਹੀਂ ਜਗਰਾਤਿਆਂ ਵਿੱਚ ਵੀ ਸ਼ਾਮਿਲ ਹੁੰਦਾ, ਹੋਰ ਪਾਸੇ ਵੀ ਦੇਵੀ ਦੇਵਤਿਆਂ ਦੇ ਮੰਗਲ ਕਰੀ ਜਾਂਦਾ, ਪੀਰਾਂ ਦੇ ਜਾ ਕੇ ਚਾਦਰਾਂ ਚੜਾਈ ਜਾਂਦਾ, ਹੋਰ ਜਿਤਨਾ ਵੀ ਕੰਮ ਹੈ, ਮੜੀਆਂ, ਮਸਾਨੀਆਂ, ਜਠੇਰੇ, ਪੀਰ, ਬਾਬੇ, ਇਹ ਛੱਡਦਾ ਕੁਛ ਨਹੀਂ ਹੈ। ਇਹ ਸੁਹਾਗਣ ਦੀ ਨਿਸ਼ਾਨੀ ਨਹੀਂ ਹੈ, ਇਹ ਸਿੱਖ ਦੀ ਨਿਸ਼ਾਨੀ ਨਹੀਂ ਹੈ। ਸਿੱਖ ਅਤੇ ਸੁਹਾਗਣ ਇੱਕੋ ਹੀ ਕੈਟਾਗਰੀ ਵਿੱਚ ਆਉਂਦੇ ਨੇ। ਸਿੱਖ ਆਪਣਾ ਸਿਰ ਤੇ ਦੇ ਸਕਦਾ ਹੈ, ਪਰ ਆਪਣਾ ਸੁਹਾਗ ਨਹੀਂ ਛੱਡ ਸਕਦਾ। ਗੁਰੂ ਤੋਂ ਸਿਵਾਏ ਹੋਰ ਕਿਸੇ ਦੀ ਯਾਦ ਸਿੱਖ ਮਨ ਵਿੱਚ ਨਹੀਂ ਲਿਆਉਂਦਾ।
ਤੇ ਅੱਜ ਜੇ ਆਪਾਂ ਧਿਆਨ ਨਾਲ ਸਿੱਖਾਂ ਦੇ ਜੀਵਨ ਨੂੰ ਤੱਕਾਂਗੇ ਨਾ ਪਿਆਰਿਓ, ਤੇ ਸਾਨੂੰ ਪਤਾ ਚੱਲਦਾ ਕਿ ਅੱਜ ਕਿਸ ਤਰ੍ਹਾਂ ਸਿੱਖ ਅਖਵਾਉਣ ਵਾਲੇ ਵੱਖ-ਵੱਖ ਥਾਵਾਂ ਤੇ ਟੁੱਟ ਚੁੱਕੇ ਨੇ। ਕਿਤਨੇ ਸਿੱਖ ਨੇ ਜਿਹੜੇ ਜਗਰਾਤੇ ਕਰਦੇ ਫਿਰਦੇ ਆਪ ਪੈਸੇ ਦੀ ਖਾਤਰ, ਜਿਹੜੇ ਪੂਰਾ ਕਰਮਕਾਂਡੀ ਜੀਵਨ ਜਿਉਂਦੇ ਨੇ, ਅਖਵਾਉਂਦੇ ਵੀ ਸਿੱਖ ਨੇ ਆਪਣੇ ਆਪ ਨੂੰ। ਪੂਰੀ ਪੂਰੀ ਰਾਤ ਨੱਚਣਾ ਟੱਪਣਾ, ਜਗਰਾਤੇ ਕਰਨੇ, ਹੋਰ ਪਾਸੇ ਤੁਰਨਾ। ਇਹ ਸਿੱਖੀ ਦੇ ਵਿੱਚ ਨਹੀਂ ਆਉਂਦਾ। ਅੱਜ ਇੱਕ ਘਟਨਾ ਮੈਂ ਪੜ੍ਹੀ, ਬੜਾ ਹੈਰਾਨ ਹੋਇਆ ਕਿ ਕੈਨੇਡਾ ਦੇ ਵਿੱਚ ਇੱਕ ਡਾਕਟਰ ਨੇ ਆਪਣੀ ਦਾੜੀ ਕਲੀਨ ਸ਼ੇਵ ਕਰ ਲਈ। ਕਿਸ ਕਰਕੇ? ਕਹਿੰਦੇ ਸਰਕਾਰ ਕਹਿੰਦੀ ਸੀ ਵੀ ਤੂੰ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਨਹੀਂ ਕਰ ਸਕਦਾ ਕਿਉਂਕਿ ਤੇਰੇ ਦਾੜੀ ਹੈ ਔਰ ਤੈਨੂੰ ਜੋ ਹੈ ਮਾਸਕ ਲਗਾਉਣ ਦੇ ਵਿੱਚ ਔਖਾ ਹੋਵੇਗਾ। ਦਾੜੀ ਦੇ ਉੱਤੇ ਕਿਵੇਂ ਮਾਸਕ ਲਗਾਏਗਾ? ਇਸ ਕਰਕੇ ਤੈਨੂੰ ਜੇ ਕਰੋਨਾ ਦੇ ਮਰੀਜ਼ਾਂ ਦੀ ਸੇਵਾ ਕਰਨੀ ਤੇ ਦਾੜੀ ਵਡਾਉਣੀ ਪੈਣੀ ਹੈ। ਤੇ ਲੋਕ ਪੋਸਟਾਂ ਪਾ ਰਹੇ ਨੇ, ਦੇਖੋ ਸਿੱਖ ਨੇ ਚੰਗਾ ਕੀਤਾ, ਸੇਵਾ ਪਰਮ ਧਰਮ ਕਹਿ ਰਹੇ ਲੋਕ। ਉਹ ਸਿੱਖੀ ਵਿੱਚ ਐਸਾ ਧਰਮ ਕੀ ਹੈ ਜੇ ਸਿੱਖੀ ਛੱਡ ਕੇ ਕੀਤਾ ਜਾਏ? ਤੂੰ ਡਾਕਟਰ ਹੈ, ਜੇ ਮਨਾ ਕਰ ਦਿੱਤਾ ਤੂੰ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ? ਤੇਰੇ ਕੰਮ ਕਰਨ ਦੇ ਨਾਲ ਤੇ ਕਰੋਨਾ ਖਤਮ ਨਹੀਂ ਹੋ ਜਾਣਾ ਵੀ ਜੇ ਤੂੰ ਹੀ ਡਾਕਟਰੀ ਕਰੇਗਾ ਤਾਂ ਹੀ ਕਰੋਨਾ ਖਤਮ ਹੋ। ਤੂੰ ਸੇਵਾ ਕਰ ਸਕਦਾ ਹੈ ਬਸ। ਮਨ ਚ ਉਹਦੇ ਪਹਿਲਾਂ ਹੀ ਹੋਣਾ ਇਸ ਤਰ੍ਹਾਂ। ਉਸਨੂੰ ਭਾਨਾ ਚਾਹੀਦਾ ਸੀ ਕੋਈ ਸਮਾਜ ਦੇ ਵਿੱਚ, ਪਰਿਵਾਰ ਦੇ ਵਿੱਚ ਉਹਦੇ ਮਨ ਦੇ ਅੰਦਰ ਬਲਬਲੇ ਹੋਣਗੇ ਸਿੱਖੀ ਤੋਂ ਭਜਨ ਦੇ, ਦਾੜੀ ਕਤਲ ਕਰਾਉਣ ਦੇ ਅੰਦਰ ਬਲਬਲੇ ਚੱਲ ਰਹੇ ਹੋਣਗੇ। ਪਰ ਉਹਨੂੰ ਇੱਕ ਭਾਨਾ ਲੱਭ ਗਿਆ ਵੀ ਸਰਕਾਰ ਨੇ ਇੱਦਾਂ ਕਿਹਾ, ਬਸ ਇਹ ਸਿੱਖੀ ਥੋੜ੍ਹੀ ਹੈ। ਸਿੱਖ ਉਹ ਹੈ ਜਿਹੜਾ ਕਿ ਆਪਣੇ ਅਸੂਲਾਂ ਦੇ ਵਿੱਚ ਪੱਕਾ ਰਹਿੰਦਾ ਹੈ। ਸੁਹਾਗਣ ਉਹ ਹੈ ਜਿਹੜੀ ਆਪਣੇ ਅਸੂਲਾਂ ਵਿੱਚ ਪੱਕੀ ਰਹਿੰਦੀ ਹੈ। ਮੈਂ ਇੱਕ ਗਾਥਾ ਸਰਵਣ ਕਰਾਵਾਂ ਫਿਰ ਸਮਾਪਤੀ ਕਰੀਏ। ਦੇਖੋ ਤੁਸੀਂ ਸੁਹਾਗਣ ਦਾ ਜੀਵਨ ਕਿਤਨਾ ਉੱਚਾ ਹੈ। ਜਦੋਂ ਕੋਈ ਦੁਨਿਆਵੀ ਤੌਰ ਤੋਂ ਇੱਕ ਨੂਰਾਨੀ ਘਰ ਵਿੱਚ ਆਉਂਦੀ ਹੈ ਨਾ, ਤਾਂ ਉਹ ਘਰ ਦੇ ਵਿੱਚ ਆ ਕੇ ਸੱਸ ਸਹੁਰੇ ਦੀ ਸੇਵਾ ਵੀ ਕਰਦੀ ਹੈ, ਆਪਣੇ ਦੇਵਰ ਦੀ ਸੇਵਾ ਵੀ ਕਰਦੀ ਹੈ, ਕੱਪੜੇ ਵੀ ਧੋ ਕੇ ਦਿੰਦੀ ਹੈ, ਪ੍ਰੈਸ ਵੀ ਕਰਦੀ ਹੈ, ਰੋਟੀਆਂ ਬਣਾ ਕੇ ਵੀ ਦਿੰਦੀ ਹੈ, ਸਾਰੇ ਕੰਮ ਕਰਦੀ ਹੈ। ਪਰ ਮੰਨ ਲਓ ਜੇ ਦੇਵਰ ਕਿਸੇ ਦਿਨ ਕਵੇ ਕਿ ਜੋ ਸੰਬੰਧ ਮੇਰੇ ਭਰਾ ਦੇ ਨਾਲ ਹੈ ਉਹ ਸੰਬੰਧ ਮੇਰੇ ਨਾਲ ਵੀ ਬਣਾ, ਤੇ ਉਹ ਜਿਹੜੀ ਬੱਚੀ ਹੈ ਉਹ ਵੱਟ ਕੇ ਚਪੇੜ ਮਾਰਦੀ ਹੈ, ਖਿੱਚ ਕੇ ਚਪੇੜ ਮਾਰਦੀ ਹੈ, ਤੇ ਸਾਰੇ ਕਹਿਣ ਵੀ ਇਹ ਤਾਂ ਬੜੀ ਕੱਟਰ ਹੈ। ਗੁਸਤਾਖੀ ਮਾਫ, ਉਹ ਕੱਟਰ ਨਹੀਂ ਹੈ, ਉਹ ਆਪਣੇ ਅਸੂਲਾਂ ਦੀ ਪੱਕੀ ਹੈ। ਕਿਉਂਕਿ ਜੋ ਉਸਦਾ ਸੰਬੰਧ ਪਤੀ ਨਾਲ ਹੈ ਉਹ ਹੋਰ ਕਿਸੇ ਨਾਲ ਨਹੀਂ ਹੋ ਸਕਦਾ। ਸੁਹਾਗਣ ਦੀ ਇਹ ਨਿਸ਼ਾਨੀ ਹੈ। ਤੇ ਕੋਈ ਕਵੇ ਜੀ ਉਹ ਤਾਂ ਬੜੀ ਕੱਟਰ ਹੈ, ਦੇਵਰ ਨੂੰ ਚਪੇੜ ਮਾਰੀ ਹੈ, ਉਹ ਕੱਟਰ, ਉਹ ਆਪਣੇ ਅਸੂਲਾਂ ਦੀ ਪੱਕੀ ਹੈ। ਅੱਜ ਦੇਖੋ ਸਮਾਜ ਵਿੱਚ ਜਿਹੜੇ ਅਸੂਲਾਂ ਦੇ ਪੱਕੇ ਨੇ ਉਹਨਾਂ ਨੂੰ ਲੋਕ ਕੱਟਰ ਕਹਿ ਕੇ ਪ੍ਰਚਾਰ ਕਰੀ ਜਾਂਦੇ, ਬੜੇ ਕੱਟਰ ਨੇ ਜੀ। ਉਹ ਕੱਟਰ ਦੀ ਪਰਿਭਾਸ਼ਾ ਤੇ ਸਮਝ ਲਈ ਸੀ, ਕੱਟਰ ਕਿਹਨੂੰ ਕਹਿੰਦੇ ਨੇ। ਅਸੀਂ ਕੱਟਰ ਦੀ ਪਰਿਭਾਸ਼ਾ ਨਹੀਂ ਸਮਝ ਪਾਏ ਤੱਕ। ਅਸੀਂ ਬਸ ਆਮ ਭਾਸ਼ਾ ਵਿੱਚ ਕਹਿ ਦਿੰਦੇ ਫਲਾਣਾ ਬੰਦਾ ਤਾਂ ਬੜਾ ਕੱਟਰ ਹੈ ਜੀ। ਉਹ ਕੱਟਰ ਦਾ ਅਰਥ ਹੈ ਜਿਹੜਾ ਬੰਦਾ ਆਪਣੇ ਅਸੂਲਾਂ 'ਚ ਪੱਕਾ ਹੈ, ਜਿਹੜਾ ਆਪਣੀ ਮਰਿਆਦਾ ਵਿੱਚ ਪੱਕਾ ਹੈ। ਉਹ ਬੱਚੀ ਜਿਹੜੀ ਆਪਣੀ ਮਰਿਆਦਾ ਵਿੱਚ ਪੱਕੀ ਹੈ, ਉਸਨੇ ਵੱਟ ਕੇ ਚਪੇੜ ਮਾਰੀ, ਸਾਰੇ ਕਹਿਣ ਲੱਗੇ ਕੱਟਰ ਨਹੀਂ ਪਿਆਰਿਓ, ਉਹ ਆਪਣੇ ਅਸੂਲਾਂ ਵਿੱਚ ਪੱਕੀ ਹੈ। ਕਿਉਂਕਿ ਜੋ ਸੰਬੰਧ ਉਸਦਾ ਪਤੀ ਦੇ ਨਾਲ ਹੋਰ ਕਿਸੇ ਨਾਲ ਨਹੀਂ ਹੋ ਸਕਦਾ, ਇਹੀ ਸੁਹਾਗਣ ਦੀ ਨਿਸ਼ਾਨੀ ਹੈ। ਜੋ ਬਾਬਾ ਜੀ ਕਹਿ ਰਹੇ ਨੇ ਇੱਥੇ, ਢੂੰਢੇਂ ਦੀਏ ਸੁਹਾਗ ਕੂ ਤੋ ਤਨ ਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਬਾਬਾ ਫਰੀਦ ਜੀ ਕਹਿੰਦੇ ਜਿਨ੍ਹਾਂ ਦਾ ਨਾਮ ਸੁਹਾਗਣ ਹੈ ਨਾ, ਉਹਨਾਂ ਦੇ ਅੰਦਰ ਹੋਰ ਕੋਈ ਟੇਕ ਨਹੀਂ ਹੁੰਦੀ। ਉਹਨਾਂ ਦਾ ਜੀਵਨ ਤਾਂ ਐਸਾ ਹੀ ਹੈ ਕਿ ਤਰਜੀਏ ਦੇ ਇੱਕ ਟੇਕ ਤੋਂ ਲਾਹਾ ਵਿਡਾਣੀ ਆਸ। ਉਹਨਾਂ ਨੇ ਸਾਰੀ ਵਿਡਾਣੀ ਆਸਾਂ ਹੀ ਛੱਡ ਦਿੱਤੀਆਂ ਨੇ। ਨਾਨਕ ਨਾਮ ਅਰਾਧੀਏ ਕਾਰਜ ਆਵੇਂ ਰਾਸ। ਉਹ ਨਾਮ ਅਰਾਧੀਆਂ ਨੇ ਸੁਹਾਗਣਾ, ਉਹਨਾਂ ਦੇ ਸਾਰੇ ਕਾਰਜ ਮਾਲਕ ਪ੍ਰਭੂ ਪਤੀ ਖਸਮ ਉਹਨਾਂ ਦੇ ਪੂਰੇ ਕਰ ਦਿੰਦਾ। ਉਹਨਾਂ ਨੂੰ ਹੋਰ ਕੋਈ ਝਾਕ ਨਹੀਂ ਹੁੰਦੀ। ਪਤੀ ਮਿਲਾਪ ਦੀ ਦਾਤ ਉਹਨਾਂ ਨੂੰ ਹੀ ਮਿਲਦੀ ਹੈ
ਜੋ ਅੰਮ੍ਰਿਤ ਵੇਲੇ ਉੱਠ ਕੇ ਕੋਈ ਆਪਣਾ ਹੱਕ ਨਹੀਂ ਜਮਾਉਂਦੀਆਂ ਅਤੇ ਜਿਨ੍ਹਾਂ ਨੂੰ ਕੋਈ ਹੋਰ ਝਾਕ ਨਹੀਂ ਹੈ, ਜਿਨ੍ਹਾਂ ਦੇ ਅੰਦਰ ਹੋਰ ਕੋਈ ਤਮੰਨਾ ਨਹੀਂ ਹੈ, ਜਿਹੜੇ ਕਿ ਪਤੀ ਪਰਮੇਸ਼ਰ ਦੇ ਪ੍ਰਤੀ ਹਰ ਵੇਲੇ ਉਸਦੇ ਹੁਕਮ ਵਿੱਚ ਰਹਿੰਦੀਆਂ ਹਨ, ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੀਆਂ ਹਨ, ਉਹਦੇ ਹੁਕਮ ਨੂੰ ਸਿਰ ਮੱਥੇ ਤੇ ਮੰਨਦੀਆਂ ਨੇ। ਇਹ ਬਾਬਾ ਫਰੀਦ ਜੀ ਸਮਝਾਉਣਾ ਚਾਹੁੰਦੇ ਨੇ ਕਿ ਅਸੀਂ ਪਰਮਾਤਮਾ ਦੇ ਹੁਕਮ ਵਿੱਚ ਰਹਿੰਦੇ ਹੋਏ, ਵਾਹਿਗੁਰੂ ਦੀ ਰਜ਼ਾ ਵਿੱਚ ਰਹਿੰਦੇ ਹੋਏ ਔਰ ਉਸਦੀ ਟੇਕ ਲੈ ਕੇ ਆਪਣੇ ਜੀਵਨ ਨੂੰ ਬਤੀਤ ਕਰੀਏ। ਇਹੀ ਸੁਹਾਗਣ ਦੀ ਨਿਸ਼ਾਨੀ ਹੈ ਔਰ ਇਹੀ ਸਿੱਖ ਦੀ ਨਿਸ਼ਾਨੀ ਹੈ। ਸੋ ਐਸਾ ਜੀਵਨ ਸਾਡਾ ਬਣ ਜਾਏ ਕਿ ਅਕਾਲ ਪੁਰਖ ਦੀ ਅਸੀਂ ਪੂਰਨ ਤੌਰ ਤੋਂ ਟੇਕ ਲੈ ਲਈਏ। ਅਸੀਂ ਪਤਾ ਟੇਕ ਪੂਰਨ ਕਦੋਂ ਲੈਂਦੇ? ਜਦੋਂ ਕਿਸੇ ਪਾਸੋਂ ਸਾਡਾ ਕੋਈ ਕੰਮ ਨਾ ਬਣੇ। ਸਾਰੇ ਪੀਰਾਂ ਕੋਲ ਜਾਇਆ ਏ, ਸਾਰੇ ਦੇਵਤਿਆਂ ਦੇ ਮੰਤਰ ਕਰ ਲਏ, ਹੋਰ ਦੂਜੇ ਤੀਜੇ ਕੋਲ ਚਲੇ ਗਏ, ਕਿਤੋਂ ਕੰਮ ਨਹੀਂ ਬਣਿਆ। ਫਿਰ ਕਹਿੰਦੇ ਰੱਬ ਤੁਸੀਂ ਹੁਣ ਕਰੋ। ਤੇ ਭਗਤ ਜੀ ਕਹਿੰਦੇ ਵੀ ਰੱਬ ਤੁਹਾਡੇ ਬਾਪ ਦਾ ਵੱਜਿਆ ਹੋਇਆ। ਆਪਨ ਵਾਪੇ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ। ਉਹ ਕਿਸੇ ਦੇ ਬਾਪ ਦਾ ਵੱਜਿਆ ਹੋਇਆ ਨਹੀਂ, ਉਹਦਾ ਭੁੱਖਾ ਹੈ। ਤੁਹਾਡੀ ਭਾਵਨਾ ਤੇ ਹੋਣੀ ਚਾਹੀਦੀ ਉਸਦੇ ਪ੍ਰਤੀ, ਉਹਦੇ ਕੋਲੋਂ ਕੋਈ ਕੰਮ ਕਰਾ ਸਕਦੇ ਹੋ। ਸੋ ਕਹਿਣ ਦਾ ਮਕਸਦ ਹੈ ਸਾਨੂੰ ਸੁਹਾਗਣ ਵਾਲਾ ਜੀਵਨ ਸਿੱਖ ਦਾ ਹੋਣਾ ਚਾਹੀਦਾ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਉਹਨਾਂ ਨੂੰ ਕੋਈ ਹੋਰ ਟੇਕ ਤੇ ਆਸਰਾ ਨਹੀਂ ਹੁੰਦਾ, ਜਿਹੜੀ ਸੁਹਾਗਣੀਆਂ ਨੇ। ਐਸਾ ਜੀਵਨ ਸਾਡਾ ਬਣੇ। ਸਾਨੂੰ ਗੁਰੂ ਨੂੰ ਛੱਡ, ਪਰਮਾਤਮਾ ਨੂੰ ਛੱਡ, ਉਸ ਰੱਬ ਨੂੰ ਛੱਡ ਹੋਰ ਕਿਸੇ ਦਾ ਆਸਰਾ ਸਾਡੇ ਜੀਵਨ 'ਚ ਨਾ ਹੋਵੇ। ਅਸੀਂ ਹੋਰ ਕਿਸੇ ਦੀ ਆਸ ਨਾ ਰੱਖੀਏ ਜਾਂ ਹੋਰ ਕਿਸੇ ਦੇ ਪ੍ਰਤੀ ਇਹ ਮਨ ਵਿੱਚ ਨਾ ਰੱਖੀਏ ਕਿ ਫਲਾਣੀ ਥਾਂ ਤੋਂ ਇਹ ਦਾਤ ਮਿਲ ਜਾਏਗੀ, ਫਲਾਣੀ ਥਾਂ ਤੋਂ ਇਹ ਚੀਜ਼ ਮਿਲ ਜਾਏਗੀ, ਫਲਾਣੀ ਥਾਂ ਤੋਂ ਇਹ ਕੰਮ ਹੋ ਜਾਏਗਾ, ਫਲਾਣੇ ਬਾਬੇ ਨੇ ਇਹ ਕੰਮ ਕਰ ਦੇਣਾ। ਨਹੀਂ, ਸਾਡਾ ਕੰਮ ਕਰਨ ਵਾਲਾ ਇੱਕੋ ਹੀ ਬਾਬਾ, ਉਹ ਗੁਰੂ ਗ੍ਰੰਥ ਸਾਹਿਬ ਜੀ ਨੇ। ਜੇ ਕਿਸੇ ਨੇ ਕਰਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਨੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਜੀਵਨ ਨੂੰ ਇੱਕ ਮਰਿਆਦਾ ਵਿੱਚ ਰੱਖੀਏ, ਜੋ ਮਰਿਆਦਾ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ। ਅਤੇ ਆਪਣੇ ਕੀਤੇ ਦਾ ਦੇ ਉੱਤੇ ਕੋਈ ਭਾਵੇਂ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਜੋ ਜਪ ਤਪ ਕਰਦੇ ਹਾਂ, ਬੰਦਗੀ ਕਰਦੇ ਹਾਂ, ਉਹਦਾ ਹੱਕ ਨਾ ਜਮਾਈਏ। ਵੀ ਸਾਡਾ ਹੱਕ ਹੈ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਇਹ ਜਪ ਤਪ ਕਰਦੇ ਹਾਂ ਅਤੇ ਰੱਬ ਤੂੰ ਸਾਨੂੰ ਮਿਲ, ਜਾਂ ਸਾਡੇ ਮੁਤਾਬਿਕ ਇਹ ਕੰਮ ਕਰ, ਉਸ ਦੇ ਉੱਤੇ ਕੋਈ ਜ਼ੋਰ ਨਹੀਂ ਹੈ ਸਾਡਾ। ਕੋਈ ਵੀ ਕੰਮ ਅਸੀਂ ਕਰਦੇ ਹਾਂ, ਪਾਠ ਕਰਦੇ ਹਾਂ, ਪੂਜਾ ਕਰਦੇ ਹਾਂ, ਬੰਦਗੀ ਕਰਦੇ ਹਾਂ, ਕਥਾ ਕੀਰਤਨ ਕਰਦੇ ਹਾਂ, ਅਤੇ ਇਹ ਜ਼ੋਰ ਨਹੀਂ ਵੀ ਮੈਂ ਇਹ ਕੰਮ ਕਰਦਾ ਤੇਰੇ ਦਰ 'ਤੇ ਮੇਰਾ ਜ਼ੋਰ ਹੈ ਵੀ ਮੇਰਾ ਤੂੰ ਇਹ ਕੰਮ ਕਰ ਦੇ। ਸੋ ਇਹ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਵੀ ਕੋਈ ਵੀ ਚੰਗਾ ਕੰਮ ਕਰ ਰਹੇ ਹਾਂ, ਸੇਵਾ ਸਿਮਰਨ ਕਰ ਰਹੇ ਹਾਂ, ਭਜਨ ਬੰਦਗੀ ਕਰ ਰਹੇ ਹਾਂ, ਅਤੇ ਆਪਣੇ ਗੁਰੂ ਦੇ ਉੱਤੇ, ਪਰਮਾਤਮਾ ਦੇ ਉੱਤੇ ਕੋਈ ਇਹ ਹੱਕ ਨਾ ਜਮਾ ਵੀ ਇਸ ਕੰਮ ਦਾ ਮੇਰਾ ਇਹ ਹੱਕ ਬਣਦਾ ਵੀ ਮੈਨੂੰ ਇਹ ਚਾਹੀਦਾ। ਉਹ ਤਾਂ ਉਸ ਮਾਲਕ ਦੀ ਮਰਜ਼ੀ ਹੈ। ਆਪਣਾ ਕੰਮ ਹੈ ਕਿ ਅਸੀਂ ਉਸ ਮਾਲਕ ਦੀ ਸੇਵਾ ਕਰੀਏ, ਆਪਣੇ ਸਤਿਗੁਰੂ ਨੂੰ ਰਿਝਾਈਏ। ਬਾਕੀ ਮਾਲਕ ਦੀ ਕਿਰਪਾ, ਉਹ ਸਾਡੇ ਉੱਤੇ ਕੀ ਕਿਰਪਾ ਕਰਦਾ। ਅਸੀਂ ਆਪਣਾ ਕੰਮ ਕਰਕੇ ਭੁੱਲ ਜਾਈਏ ਔਰ ਜੋ ਅੱਗੇ ਉਹਨੂੰ ਛੱਡ ਦੇਈਏ ਵੀ ਮਹਾਰਾਜ ਇਹ ਸੇਵਾ ਕੀਤੀ ਹੈ ਜੋ ਆਪ ਜੀ ਨੇ ਕਰਾਈ ਹੈ, ਬਾਕੀ ਤੁਸੀਂ ਆਪ ਕਿਰਪਾ ਕਰੋ ਕਿ ਸਾਨੂੰ ਸਮਤ ਬਖਸ਼ੋ, ਆਪਣੀ ਸੇਵਾ ਵਿੱਚ ਲਾਓ। ਜਦੋਂ ਅਸੀਂ ਉਹਦੀ ਸੇਵਾ 'ਚ ਲੱਗੇ ਰਹਿੰਦੇ ਹਾਂ, ਅਸੀਂ ਸੇਵਾ ਕਰਕੇ ਵੀ ਜਿਤਾਉਂਦੇ ਨਹੀਂ, ਸਗੋਂ ਸੇਵਾ ਕਰਕੇ ਕਹਿੰਦੇ ਹਾਂ ਮਹਾਰਾਜ ਵੀ ਸੱਚੇ ਪਾਤਸ਼ਾਹ ਤੇਰੀ ਸਹੀ ਸੇਵਾ ਅਸੀਂ ਕਰ ਨਹੀਂ ਸਕੇ, ਤੇਰੀ ਬੰਦ ਨਹੀਂ ਸਕੇ। ਜਦੋਂ ਅਸੀਂ ਇਤਨੇ ਨਿਮਾਣੇ ਬਣ ਕੇ ਸੁਹਾਗਣ ਦੇ ਵਾਂਗ ਜਿਉਂਦੇ ਹਾਂ ਨਾ, ਫਿਰ ਵਾਹਿਗੁਰੂ ਪਰਮੇਸ਼ਰ ਆਪ ਹੀ ਉਹਨਾਂ ਜੀਵ ਇਸਤਰੀਆਂ ਦੀ ਸੇਜਾ 'ਤੇ ਆ ਕੇ ਬਿਰਾਜਮਾਨ ਹੋ ਜਾਂਦਾ ਹੈ। ਸੋ ਇਤਨੇ ਬਚਨ ਅੱਜ ਦੇ ਪਾਵਨ ਵਿਚਾਰ ਰਾਹੀਂ ਆਪ ਜੀਆਂ ਨੇ ਪ੍ਰਵਾਨ ਕਰ ਲੈਣੇ ਅਤੇ ਜੀਵਨ ਨੂੰ ਸੁਚੱਜਾ ਬਣਾਉਣ ਵਾਸਤੇ ਸਮਾਜਿਕ ਰਹੋ ਰੀਤ, ਧਾਰਮਿਕ ਰਹੋ ਰੀਤ ਨੂੰ ਅਪਣਾ ਕੇ ਗੁਰੂ ਸਾਹਿਬ ਜੀ ਦੇ ਬਚਨਾਂ ਦੀ ਕਮਾਈ ਕਰੀਏ। ਫਿਰ ਹੋ ਜਾਣਗੇ ਇਹ ਲੋਕ ਸੁਖੀਏ, ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਸਾਧ ਸੰਗਤ ਨੂੰ ਬੇਨਤੀ ਹੈ, ਕੱਲ੍ਹ ਜੇਠ ਮਹੀਨੇ ਦੀ ਸੰਗਰਾਂਦ ਹੈ। ਯਤਨ ਕਰਾਂਗੇ ਕੱਲ੍ਹ ਸਵੇਰੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ 7:30 ਤੋਂ 8 ਕੀਰਤਨ ਅਤੇ 8 ਤੋਂ 8:45 ਤੱਕ ਲਗਭਗ ਕਥਾ, 9:45 ਵਜੇ ਅਰਦਾਸ ਤੇ ਉਪਰੰਤ ਸਮਾਪਤੀ ਹੋਏਗੀ। ਸ਼ਾਮ ਦੇ ਦੀਵਾਨ ਵੀ ਜੋ ਸਮਾਂ ਨਿਯਤ ਕੀਤਾ ਇਸ ਹਿਸਾਬ ਨਾਲ ਹੀ ਸਜਨੇ ਹਨ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਆਪ ਜੀ ਨੇ ਪ੍ਰੋਗਰਾਮ ਸਰਵਣ ਕਰਕੇ ਗੁਰੂ ਸਾਹਿਬ ਜੀ ਦੀ ਅਸੀਸ ਪ੍ਰਾਪਤ ਕਰਨੀ। ਗੁਰੂ ਘਰ ਦੇ ਵਿੱਚ ਜੋ ਸੰਗਰਾਂਦ ਨੂੰ ਸੰਗਤਾਂ ਦਸਵੰਧ ਭੇਜਦੀਆਂ ਹਨ, ਸੋ ਆਪ ਜੀ myਗੁਰਦੁਆਰਾ.com ਹਰੀਨਗਰ ਦੇ ਨਾਮ 'ਤੇ ਔਨਲਾਈਨ ਆਪ ਜੀ ਆਪਣਾ ਦਸਵੰਧ ਭੇਜ ਸਕਦੇ ਹੋ। ਔਰ
ਭੇਟਾਵਾਂ ਆਪਣੇ ਗੁਰੂ ਘਰ ਦੇ ਵਿੱਚ ਪਹੁੰਚਾ ਸਕਦੇ ਹੋ। ਵੱਧ ਚੜ੍ਹ ਕੇ ਸੇਵਾ ਕਰੋ, ਭੇਟਾਵਾਂ ਗੁਰੂ ਘਰ ਦੇ ਵਿੱਚ ਪਹੁੰਚਾਓ, ਤਾਂ ਕਿ ਗੁਰੂ ਘਰ ਦੇ ਜਿਹੜੇ ਸਾਰੇ ਕਾਰਜ ਨੇ ਉਹ ਨਿਰਵਿਘਨਤਾ ਸਾਥ ਆਪ ਸੰਗਤਾਂ ਦੇ ਸਹਿਯੋਗ ਨਾਲ ਚੱਲਦੇ ਰਹਿਣ। ਸੋ ਇਤਨੀਆਂ ਬੇਨਤੀਆਂ ਪ੍ਰਵਾਨ। ਸਾਰਿਆਂ ਦਾ ਧੰਨਵਾਦ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਹਨੂੰਮਾਨ ਦੇ ਠਾਂਡੇ ਦਰਬਾਰ, ਤੁਧ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਪੰਜਵਾ। ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੋਈ ਜਾਣੈ ਕਵਣ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ, ਤਾਕੇ ਨਿਰਮਲ ਰੀਤ। ਕੋਈ ਜਾਣੈ ਕਵਣ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ, ਤਾਕੇ ਨਿਰਮਲ ਰੀਤ। ਰਾਹੋ। ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮਿਤ ਅਰ ਭਾਈ। पूरब जन्म के मिले संजोगी, अंतः को ना सहाई। मुकत माल कनक लाल हीरा, मन रंजन की माया। हाँ हाँ करत बिहानी अवध, तामे संतोख ना पाया। हस्त रत असो पवन तेज धनी, भुवन चतुरंगा। संग ना चाल्यो इनमें कछुआ, ऊट सिधायो नांगा। हर के संत प्रिय प्रीतम प्रभ के, ताके हर हर गाइय। नानक इहाँ सुख आगे मुख ओजल, संग संतन के पाइय। हर के संत प्रिय प्रीतम प्रभ के, ताके हर हर गाइय। नानक इहाँ सुख आगे मुख ओजल, संग संतन कै पाइय। वाहिगुरू जी का खालसा, वाहिगुरू जी की फतेह। सतनाम श्री वाहिगुरू जी। सोहिला राग गुड़ी दीप की महला पहला। एक ओंकार सतगुर प्रसाद। जय करके ताखिया करते का होए विचारो, तित कर गावो। सोहेला सिवरियो सिरजनहारो, तुम गावो मिंद्र बहु का सोहेला हो। बाजे सोहेला सदा सुख होए रहा, नित जड़े समालन देखेगा देवनहार। तेरे दान ने कीमत नावस दाते, कुन समार समझ साल लिखिया अमल कर पावो तेल। देहो सज्जन असी सड़ियाँ, जो हो बै साहिब सो मेल कर कर। एहो पहुँचा सदड़े नित पवन, सदनहार सिमरिय नानक से दे आवन। रागा सा महला पहला। छे कर छे गुर छे उपदेश, गुर गुर एको बेस अनेक। बाबा जय कर करते किरत होए, सो कर राख बिड़ाई तोय रहाओ। विसवे चसियाँ घड़ियाँ पैरां तिती बारी, महा हुआ सूरज एको रुत अनेक। नानक करते के केते बेस। राग तनासरी महला पहला। गगन में थाल रव चंदी पग बने, तारका मंडल जनक मोती। तुह बनाल लो पवन चबरो, करे सकल बनराय फुलंत ज्योति। कैसी आरती होए बहुखड़ना, तेरी आरती नता शब्द बाजंत पहरी रहाओ। सहस तब नैन नन नैन है तो एको, सहस मृत नायक तो ही। सहस पद विमंदन एक पद, गंध बिन सहस तब गंध इव चलत मोही। सब में जोत जोत है सोए तिसदे चानन, सब में चानन होए। गुर साखी जोत प्रगट होए, ज्योतिष भावे सो आरती होए। हर चरण करुण मकरन लोहित मनन, दिनों मोह आए प्यासा। कृपा जल दे नानक सारंग को, होए जाते तेरे नाय बासा। राग गोड़ी पूरी महला चौथा। काम क्रोध नगर पोह भरया, मिल साधु खंडल खंडा है। पूरब लिखल लिखे गुर पाया, मन हर लिव मंडल मंडा है। कर साधु अंजलि पुन वड्डाए, कर डंडोत पुन वड्डाए रहाओ। साकत हर रस साध न जान्या, तिनंतर हो मैं कंडा है। जो जो चल हैं चुभ है दुख पामह, जम काल सहस डंडा है।
हर जन हर हर नाम समाने दुख जन्म मरण भव खंडा है अविनाशी प्रभु पाया परमेश्वर बहुत सौभ खंड ब्रह्मंडा है हम गरीब मस्कीन प्रभु तेरे हर राख राख बड़ बड्डा है जन नानक नाम आधार टेक हर नामे ही सुख मंडा है राग गोड़ी पूरी महला पंजवा करो बेनंती सुनो मेरे मीता सन टहल की वेला इहाँ खाट चलो हर लाहा गै बसन सवेला ओत कटै दिन सरह नारे मन गुर मिलका सवारे रहा ए संसार विकार संसे मैं तरियो ब्रह्म ज्ञानी जिसै जगाए प्यावे एह रस अकत कथा तिन जानी जाकू आय सोई विहाजो हर गुर ते मनै बसेरा निज कर मैल पाओ सुख सहजे बौर न होए गो फेरा अंतर जामी पुरख विधाते श्रद्धा मन की पूरे नानक दास यह सुख मांगै मुख कर संतन की तूरे अंतर जामी पुरख विधाते श्रद्धा मन की पूरे नानक दास यह सुख मांगै मोको कर संतन की तूरे। वाहिगुरु जी।